ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਲਡ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਆਸ਼ਿਮਾ ਸਹਾਨੀ, ਪੋਲੀਟੀਕਲ ਐਨਾਲਿਸਟ। ਅੱਜ ਅਸੀਂ ਆਸ਼ਿਮਾ ਜੀ ਗੱਲ ਕਰਾਂਗੇ ਜੋ ਅਮਰੀਕਾ ਦੇ ਵਿੱਚ 14 ਨਵੰਬਰ ਨੂੰ ਮਿਡ ਟਰਮ ਪੋਲਸ ਹੋਣ ਜਾ ਰਹੀਆਂ ਨੇ ਔਰ ਪੂਰੀ ਦੁਨੀਆ ਦੀ ਨਜ਼ਰ ਇਹਨਾਂ ਪੋਲਸ ਦੇ ਉੱਤੇ ਹੈ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੀਡੀਓਜ਼, ਬਹੁਤ ਆਈਡੀਆਜ਼ ਬਹੁਤ ਵਾਇਰਲ ਹੋ ਰਹੇ ਨੇ ਔਰ ਸਾਰੇ ਜਣੇ ਆਪਣੇ ਆਪਣੇ ਅੰਦਾਜ਼ੇ ਲਗਾ ਰਹੇ ਨੇ ਕਿ ਇਹਨਾਂ ਦਾ ਨਤੀਜਾ ਕੀ ਨਿਕਲੇਗਾ। ਔਰ ਖਾਸ ਕਰਕੇ ਡੋਨਲਡ ਟਰੰਪ, ਉਹਨਾਂ ਦੇ ਉੱਤੇ ਖਾਸ ਨਜ਼ਰ ਹੈ ਸਭ ਦੀ ਕਿ ਉਹ ਕੀ ਜਲਵਾ ਕਰਨ ਵਾਲੇ ਨੇ, ਉਹਨਾਂ ਨੇ ਕੀ ਅਨਾਊਂਸਮੈਂਟਸ ਕਰਨੀਆਂ ਨੇ, ਕਿਉਂਕਿ ਬਹੁਤ ਦੇਰ ਤੋਂ ਉਹਨਾਂ ਦੀ ਅਨਾਊਂਸਮੈਂਟ ਪੈਂਡਿੰਗ ਹੈ। ਅਤੇ ਇੱਧਰੋਂ ਬਾਈਡਨ ਜੀ ਦੇ ਵੀ ਜਿਹੜੇ ਤੇਵਰ ਨੇ ਉਹ ਵੀ ਬੜੇ ਤਿੱਖੇ ਹੋਏ ਨੇ। ਉਹ ਵੀ ਕੋਈ ਮੌਕਾ ਹੱਥੋਂ ਨਹੀਂ ਗਵਾਉਂਦੇ ਜਦੋਂ ਕੁਝ ਨਾ ਕੁਝ ਐਸੀ ਮਤਲਬ ਗੱਲ ਕਹਿ ਦਿੰਦੇ ਨੇ ਜਿਹੜੀ ਉਹ ਸੋਚਦੇ ਨੇ ਕਿ ਇਹ ਕਹਿਣੀ ਬਣਦੀ ਹੈ ਜੋ ਸਾਬਕਾ ਪ੍ਰੈਜ਼ੀਡੈਂਟ ਹੈ ਅਮਰੀਕਾ ਦੇ ਡੋਨਲਡ ਟਰੰਪ, ਉਹਨਾਂ ਬਾਰੇ ਔਰ ਉਹਨਾਂ ਦੀ ਕਾਰਗੁਜ਼ਾਰੀ ਬਾਰੇ। ਸੋ ਇਹ ਦੋਵਾਂ ਸ਼ਖਸੀਅਤਾਂ ਦੀ ਗੱਲ ਕਰਾਂਗੇ ਔਰ ਜੋ ਪਾਰਟੀ ਸਿਸਟਮ ਹੈ, ਪੋਲੀਟੀਕਲ ਸਿਸਟਮ ਹੈ, ਉਹਦੇ ਬਾਰੇ ਥੋੜ੍ਹੀ ਬਹੁਤ ਗੱਲ ਕਰਾਂਗੇ ਔਰ ਉਸ ਨੂੰ ਲੈ ਕੇ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹੈ ਉਹ ਵਸਦਾ ਹੈ ਅਮਰੀਕਾ ਦੇ ਵਿੱਚ, ਉਹ ਕਿਸ ਤਰ੍ਹਾਂ ਦੀ ਸੋਚ ਰੱਖਦਾ, ਕਿਉਂਕਿ ਸਾਡੇ ਕਈ ਪੰਜਾਬੀ ਵੀ ਇਲੈਕਸ਼ਨਸ ਦੇ ਵਿੱਚ ਉਤਰੇ ਨੇ, ਉਹ ਵੀ ਇਲੈਕਸ਼ਨਸ ਫਾਈਟ ਕਰ ਰਹੇ ਨੇ। ਇਹ ਵੀ ਨਿਊਜ਼ ਸਾਡੇ ਕੋਲ ਆ ਰਹੀਆਂ ਨੇ ਔਰ ਅਸੀਂ ਅਕਸਰ ਉਹਨਾਂ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਇਟਸ ਅ ਬਿਗੇਸਟ ਅਚੀਵਮੈਂਟ ਕਿ ਅਮਰੀਕਾ ਜਾ ਕੇ ਸੈਟਲ ਹੋਣਾ, ਫਿਰ ਉੱਥੋਂ ਦੀ ਗਵਰਨਮੈਂਟ ਦੇ ਵਿੱਚ ਆਪਣੀ ਪੋਜੀਸ਼ਨ ਬਣਾਉਣਾ। ਕਮਲਾ ਹੈਰਿਸ ਸਾਡੇ ਭਾਰਤੀ ਮੂਲ ਦੇ ਨੇ ਜੋ ਇਸ ਵਕਤ ਉੱਥੇ ਬਾਈਡਨ ਜੀ ਦੀ ਟੀਮ ਦੇ ਵਿੱਚ ਉਹਨਾਂ ਦੇ ਨਾਲ ਨੇ, ਵਾਈਸ ਪ੍ਰੈਜ਼ੀਡੈਂਟ ਨੇ। ਸੋ ਹੋਰ ਵੀ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਸਾਡੇ ਭਾਰਤੀ ਮੂਲ ਦੇ ਲੋਕ ਬੈਠੇ ਨੇ ਜੋ ਅਮਰੀਕਨ ਗਵਰਨਮੈਂਟ ਦੇ ਵਿੱਚ, ਹਾਲਾਂਕਿ ਬਾਈਡਨ ਜੀ ਦੀ ਟੀਮ ਦੇ ਵਿੱਚ ਮੋਸਟਲੀ ਇੰਡੀਅਨਸ ਨੇ ਔਰ ਜੋ ਕਿ ਉਹਨਾਂ ਦੀ ਹੈਲਪ ਕਰਦੇ ਨੇ ਔਰ ਇਹ ਸਾਰਾ ਕੁਝ ਉਹਨਾਂ ਦਾ ਜੋ ਕੋਈ ਪੋਲੀਟੀਕਲ ਐਕਟੀਵਿਟੀਜ਼ ਨੇ, ਐਵਰੀਥਿੰਗ ਦੇ ਸੀ ਇਟ, ਔਰ ਇਹ ਸਾਡੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜੋ ਇਹ ਇਲੈਕਸ਼ਨਸ ਦਾ ਸਾਰਾ ਸੀਨ ਬਣਿਆ ਹੋਇਆ ਹੈ, ਹਾਲਾਂਕਿ ਮੇਨ ਤੇ 2024 'ਚ ਹੋਣੀਆਂ ਨੇ, ਪਰ ਇਹ ਮਿਡ ਟਰਮ ਪੋਲਸ ਜਿਹੜੀਆਂ ਹੋ ਰਹੀਆਂ ਨੇ ਇਹਦੇ ਬਾਰੇ ਜੋ ਸਾਰਾ ਵਿਊ ਹੈ, ਵਾਟਸ ਯੂਰ ਐਨਾਲਿਸਿਸ? ਸਭ ਤੋਂ ਪਹਿਲੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਡੇ ਚੈਨਲ ਦਾ ਮੈਂ ਸ਼ੁਕਰੀਆ ਕਰਦੀ ਹਾਂ ਮੈਨੂੰ ਇੱਥੇ ਦੁਬਾਰਾ ਸੱਦਾ ਦੇਣ ਲਈ। ਥੈਂਕ ਯੂ ਵੈਰੀ ਮਚ। ਜਿਹੜਾ ਤੁਸੀਂ ਅੱਜ ਤੁਸੀਂ ਜਿਹੜਾ ਮੁੱਦਾ ਚੁੱਕਿਆ ਹੈ, ਜਿਹੜਾ ਤੁਸੀਂ ਅੱਜ ਕੁਐਸਚਨ ਕਰ ਰਹੇ ਹੋ, ਇਹ ਇੱਕ ਬਹੁਤ ਹੀ ਅਹਿਮ ਕੁਐਸਚਨ ਹੈ ਕਿਉਂਕਿ ਪੂਰੀ ਦੁਨੀਆ ਨੇ ਇਸ ਇਲੈਕਸ਼ਨਸ ਦੇ ਨਾਲ ਪ੍ਰਭਾਵਿਤ ਹੋਣਾ ਹੈ। ਸ਼ੋਰ। ਪਹਿਲੀ ਗੱਲ ਤਾਂ ਇਹ ਕਿ ਇਹ 118ਵਾਂ US ਕਾਂਗਰਸ ਦਾ ਇਲੈਕਸ਼ਨ ਹੈ। ਬੇਸਿਕਲੀ ਇਹ ਇਲੈਕਸ਼ਨਸ ਬਹੁਤ ਸਾਰੇ ਲਾਈਕ ਜਿੱਦਾਂ ਹਾਊਸ ਆਫ ਰੈਪਰੈਜ਼ੈਂਟੇਟਿਵ ਲਈ ਵੀ ਹੋ ਰਿਹਾ ਹੈ ਜੀ, ਦੈਨ ਸੈਨੇਟ ਦੇ ਵੀ ਕੁਝ ਮੈਂਬਰਸ ਲਈ ਹੋ ਰਿਹਾ ਹੈ ਔਰ ਕੁਝ ਲੋਕਲ ਇਲੈਕਸ਼ਨਸ ਵੀ ਹੋ ਰਹੇ ਨੇ ਅਤੇ ਕੁਝ ਲੋਕਲ ਇਲੈਕਸ਼ਨ 'ਚ ਕੁਝ ਗਵਰਨਰਸ ਵੀ ਚੂਜ਼ ਹੋਣੇ ਅਤੇ ਕੁੱਲ ਲੈ ਕੇ ਇਹ ਬੜੇ ਉੱਥੇ ਇੱਕ ਬਹੁਤ ਵੱਡੇ ਪੱਧਰ 'ਤੇ ਇਲੈਕਸ਼ਨ ਹੋ ਰਹੇ ਨੇ ਔਰ ਇਹਨੂੰ ਅਸੀਂ ਮਿਡ ਟਰਮ ਪੋਲ ਕਹਿੰਦੇ ਹਾਂ। ਸੈਨੇਟ ਦਾ ਜਿਹੜਾ ਟੈਨਿਓਰ ਹੁੰਦਾ 4 ਸਾਲਾਂ ਦਾ ਹੁੰਦਾ ਜੀ, ਅਤੇ ਜਿਹੜੇ ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਮੈਂਬਰ ਹੈ ਇਹਨਾਂ ਦੇ 2 ਸਾਲਾਂ ਦਾ ਹੁੰਦਾ, 2 ਸਾਲਾਂ ਦਾ ਟੈਨਿਓਰ ਹੁੰਦਾ। ਔਰ ਬੇਸਿਕਲੀ ਜਿਹੜਾ ਮਿਡ ਟਰਮ ਇਲੈਕਸ਼ਨ ਹੈ ਅਮਰੀਕਾ 'ਚ ਇਹਨੂੰ ਇਸ ਤਰ੍ਹਾਂ ਲਿਆ ਜਾਂਦਾ ਹੈ ਕਿ ਦੇ ਵਾਂਟ ਟੂ ਕੌਮੈਂਟ ਔਨ ਦੀ ਪ੍ਰੈਜ਼ੈਂਟ ਗਵਰਨਮੈਂਟ, ਜੇ ਉਹਦਾ ਇੱਕ ਮੁਲਾਂਕਣ ਕੀਤਾ ਜਾਂਦਾ ਇਸ ਇਲੈਕਸ਼ਨਸ ਦੇ ਦੁਆਰਾ। ਇੱਕ ਐਨਾਲਿਸਿਸ ਹੁੰਦਾ ਹੈ ਕਿ ਵਾਟ ਅਚੀਵਮੈਂਟਸ ਹੈਵ ਬੀਨ ਡਨ ਬਾਈ ਦੀ ਗਵਰਨਮੈਂਟ। ਅਤੇ ਨਾਲ ਹੀ ਨਾਲ ਇਹ ਜਿਹੜਾ ਇਸ ਵਾਰੀ ਮਿਡ ਟਰਮ ਪੋਲ ਹੋ ਰਿਹਾ, ਜਿਹੜਾ ਇਲੈਕਸ਼ਨ ਹੋ ਰਿਹਾ 2022 'ਚ ਨਵੰਬਰ 'ਚ ਜਿਹੜਾ ਕਿ ਪੂਰਾ ਹੋ ਜਾਣਾ ਹੈ, ਇਹਨੇ ਡਿਸਾਈਡ ਕਰਨਾ ਹੈ 2024 ਦਾ ਇਲੈਕਸ਼ਨ ਵੀ, ਇਹ ਮੰਨਿਆ ਜਾ ਰਿਹਾ। ਅਤੇ ਇਹ ਇਲੈਕਸ਼ਨ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਹੈ। ਰਾਈਟ। ਔਰ ਜਿੱਦਾਂ ਅਸੀਂ ਇੰਡੀਆ 'ਚ ਦੇਖਦੇ ਹਾਂ ਕਿ ਸਾਡੇ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ, ਸੈਂਟਰ ਦੀਆਂ ਇਲੈਕਸ਼ਨਸ ਹੁੰਦੀਆਂ ਨੇ, ਖਾਸ ਕਰਕੇ ਯੂਪੀ ਦੇ ਉੱਤੇ ਸਭ ਦੀ ਬਹੁਤ ਜ਼ਿਆਦਾ ਨਿਗਾਹ ਰਹਿੰਦੀ ਹੈ ਔਰ ਪੁੱਛਿਆ ਜਾਂਦਾ ਕਿ ਯੂਪੀ ਦੇ ਉੱਤੇ ਕਿਉਂ, ਕਹਿੰਦੇ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਇਆ, ਪਰ ਜੋ ਵੀ ਡਿਸੀਜ਼ਨਸ ਹੁੰਦੇ ਨੇ ਯੂਪੀ ਤੋਂ, ਜੋ ਵੀ ਇਲੈਕਸ਼ਨਸ ਦੇ ਰਿਜ਼ਲਟਸ ਆਉਂਦੇ ਨੇ, ਉਹਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਇਲੈਕਸ਼ਨਸ ਦੇ ਉੱਤੇ ਔਰ ਕੌਣ PM ਬਣਨਗੇ, ਕਿਹੜੀ ਪਾਰਟੀ ਜਿੱਤੇਗੀ, ਯੂਪੀ ਉਹਦੇ ਉੱਤੇ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ। ਸੋ ਇੱਦਾਂ ਹੀ ਜੇ ਆਪਾਂ ਉਸੇ ਕੰਟੈਕਸਟ ਵਿੱਚ ਦੇਖੀਏ, ਅਮਰੀਕਾ ਦੇ ਵਿੱਚ ਉਹ ਕਿਹੜੀਆਂ ਸਟੇਟਸ ਨੇ ਜਿਹੜਾ ਬਹੁਤ ਵੱਡਾ ਰੋਲ ਅਦਾ ਕਰਨ ਜਾ ਰਹੀਆਂ ਨੇ, ਜਿਨ੍ਹਾਂ ਦੀ ਇਲੈਕਸ਼ਨਸ ਦੇ ਰਿਜ਼ਲਟਸ ਇਹਨਾਂ ਇਲੈਕਸ਼ਨਸ ਦੇ ਉੱਤੇ ਪ੍ਰਭਾਵ ਪਾਉਣਗੇ ਕਿ ਕੌਣ ਜਿੱਤੇਗਾ ਅਤੇ ਕੌਣ ਟੀਮ ਤੋਂ ਬਾਹਰ ਹੋਏਗਾ। ਦੇਖੋ ਇੱਦਾਂ ਹੈ ਕਿ ਹਰ ਸਟੇਟ ਨੇ ਆਪਣਾ ਰੋਲ ਬੜਾ ਇੰਪੋਰਟੈਂਟ ਪਲੇ ਕਰਨਾ ਇਸ ਇਲੈਕਸ਼ਨ 'ਚ। ਫਿਰ ਵੀ ਜਿੱਦਾਂ ਤੁਸੀਂ ਕਿਹਾ ਕਿ ਸਾਡੇ ਇੱਥੇ ਇਲੈਕਸ਼ਨਸ 'ਚ ਕੁਝ ਸਟੇਟਸ ਹੁੰਦੀਆਂ ਜਿਹੜੇ ਡਿਸਾਈਡਿੰਗ ਫੈਕਟਰ ਹੁੰਦੀਆਂ ਨੇ, ਇਸੇ ਤਰ੍ਹਾਂ ਅਮਰੀਕਾ 'ਚ ਵੀ ਕੁਝ ਸਟੇਟ ਹੈ ਜਿੱਦਾਂ ਐਰੀਜ਼ੋਨਾ ਹੈ, ਠੀਕ ਹੈ, ਜਿੱਦਾਂ ਜਾਰਜੀਆ ਹੈ, ਮਿਸ਼ੀਗਨ ਹੈ, ਨਿਵੇਦਾ ਹੈ, ਇਹ ਕੁਝ ਐਸੀਆਂ ਸਟੇਟਸ ਹੈ
ਜਿਨ੍ਹਾਂ ਨੇ ਡਿਸਾਈਡ ਕਰਨਾ ਹੈ ਕਿ ਮਤਲਬ ਜਿਹੜੇ ਬਹੁਤ ਜ਼ਿਆਦਾ ਪ੍ਰਭਾਵ ਕਰਨਗੇ ਇਸ ਇਲੈਕਸ਼ਨ ਨੂੰ, ਕਿਵੇਂ, ਕਿੱਦਾਂ, ਕਿਉਂ। ਉਹਦਾ ਜਵਾਬ ਇਹ ਹੈ ਕਿ ਇੱਥੇ ਇੱਕ ਬਹੁਤ ਹੀ ਟਾਈਟ ਕਾਰਨਰਡ 1 to 1 ਨੈਕ ਟੂ ਨੈਕ ਇੱਕ ਕੰਪੀਟੀਸ਼ਨ ਚੱਲ ਰਿਹਾ ਹੈ ਬਿਟਵੀਨ ਦੀ ਜਿਓ ਬਾਈਡਨ ਐਂਡ ਦੀ ਟਰੰਪ। ਔਰ ਇਹਦੇ 'ਚ ਔਰ ਕੁਝ ਸਟੇਟਸ ਐਸੀਆਂ ਵੀ ਨੇ ਜਿਨ੍ਹਾਂ ਦਾ ਕੁਝ ਕਲੀਅਰ ਕੱਟ ਨਹੀਂ ਕਿਹਾ ਜਾ ਸਕਦਾ, ਲੇਕਿਨ ਕਈ ਸਟੇਟਸ ਦਾ ਤੇ ਸਵਿੰਗ ਜਿਹੜਾ ਹੈ ਟੋਟਲੀ ਪ੍ਰਿਡਿਕਟ ਕੀਤਾ ਜਾ ਚੁੱਕਾ ਹੈ ਕਿ ਬਾਈਡਨ ਵੱਲ ਹੋਏਗਾ ਜਾਂ ਟਰੰਪ ਵੱਲ। ਬਟ ਇਸ ਵੇਲੇ ਜਿੱਦਾਂ ਮੈਂ ਤੁਹਾਨੂੰ ਕਿਹਾ, ਐਰੀਜ਼ੋਨਾ ਹੈ, ਜਾਰਜੀਆ ਹੈ, ਮਿਸ਼ੀਗਨ ਹੈ, ਇਹ ਵਾਲੀਆਂ ਜਿਹੜੀਆਂ ਸਟੇਟਸ ਬਹੁਤ ਇੰਪੋਰਟੈਂਟ ਰੋਲ ਨਿਭਾਉਣਗੀਆਂ। ਓਕੇ, ਸੋ ਸਟੇਟਸ ਦੇ ਨਾਲ ਨਾਲ ਜਿਹੜੇ ਇਸ਼ੂਜ਼ ਹੁੰਦੇ ਨੇ ਉਹਨਾਂ ਦਾ ਵੀ ਖਾਸ ਰੋਲ ਰਹਿੰਦਾ ਹੈ। ਹਾਲਾਂਕਿ ਭਾਰਤ ਨਾਲੋਂ ਤਾਂ ਬਿਲਕੁਲ ਵੱਖਰੇ ਇਸ਼ੂਜ਼ ਰਹਿਣਗੇ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਇਜ਼ ਐਨ ਇਸ਼ੂ ਬੇਸਡ ਪੋਲੀਟਿਕਸ, ਅਸੀਂ ਸਾਰੇ ਹੀ ਜਾਣਦੇ ਹਾਂ। ਸੋ ਉੱਥੇ ਕਿਹੜੇ ਕਿਹੜੇ ਮੁੱਦੇ ਨੇ ਜੋ ਪਾਰਟੀਜ਼ ਡੈਮੋਕ੍ਰੇਟਸ ਐਂਡ ਰਿਪਬਲਿਕਨਸ ਆਪਣੇ ਵੱਲੋਂ ਚੁੱਕ ਰਹੇ ਨੇ, ਪਬਲਿਕ ਨੂੰ ਸਾਹਮਣੇ ਰੱਖ ਕੇ, ਪਬਲਿਕ ਨੂੰ ਧਿਆਨ 'ਚ ਰੱਖ ਕੇ ਕਿ ਲੋਕਾਂ ਦੀਆਂ ਨੀਡਸ ਕੀ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਕਰਨਾ ਹੈ, ਵੈਲਫੇਅਰ ਕਿੱਦਾਂ ਕਰਨਾ ਹੈ, ਤੋ ਕਿਹੜੇ ਇੰਪੋਰਟੈਂਟ ਇਸ਼ੂਜ਼ ਨੇ? ਦੇਖੋ, ਇਸ਼ੂਜ਼ ਤਾਂ ਉੱਥੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਲੇਕਿਨ ਇਹ ਇਸ਼ੂਜ਼ ਨੂੰ ਇੱਕ ਖਾਸ ਟਰਮੀਨੋਲੋਜੀ ਨਾਲ ਯੂਜ਼ ਕੀਤਾ ਜਾ ਰਿਹਾ, ਪਾਕਟ ਬੁੱਕ ਇਸ਼ੂਜ਼। ਇਹਦੇ 'ਚ ਇਹ ਹੈ ਕਿ ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਨਾਲ ਸਾਡੇ ਸੰਬੰਧਿਤ ਹੈ, ਜਿੱਦਾਂ ਸਾਡੀ ਗਰੋਸਰੀ ਹੋ ਗਈ, ਜਿੱਦਾਂ ਸਾਡਾ ਰੈਂਟ ਹੋ ਗਿਆ, ਸਾਡਾ ਰੈਜ਼ੀਡੈਂਸ਼ੀਅਲ ਜੋ ਵੀ ਰਿਕੁਆਇਰਮੈਂਟ ਹੈ, ਜਿਹੜੀਆਂ ਕਿ ਫੰਡਾਮੈਂਟਲ ਬੇਸਿਕ ਚੀਜ਼ਾਂ ਨੇ, ਜੇ ਉਹ ਇਹਦੇ 'ਚ ਇਨਵੋਲਵਡ ਹੈ। ਹੁਣ ਸੁਣਨ 'ਚ ਇਹ ਆ ਰਿਹਾ ਹੈ ਕਿ ਕੁਝ ਜਿਹੜੀਆਂ ਬਲੈਕ ਵੂਮਨ ਵੋਟ ਜਿਹੜੀ ਹੈ ਉਹ ਇਸ ਵਾਰੀ ਕਾਫੀ ਜ਼ਿਆਦਾ ਉਹਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਫॉर ਵੋਟਿੰਗ, ਐਂਡ ਦੇ ਆਰ ਕਮਿੰਗ ਅਪ ਵਿਦ ਥੀਜ਼ ਇਸ਼ੂਜ਼। ਮਤਲਬ ਬੇਸਿਕਲੀ ਮੋਟਾ ਜੇ ਮੈਂ ਸਿੱਧੇ ਸ਼ਬਦਾਂ 'ਚ ਕਹਾਂ ਤਾਂ ਉੱਥੇ ਜਿਹੜਾ ਨੰਬਰ 1 ਇਸ਼ੂ ਇਸ ਟਾਈਮ ਚੱਲ ਰਿਹਾ ਹੈ, ਇਕੋਨਮੀ ਦਾ ਚੱਲ ਰਿਹਾ ਹੈ। ਨੰਬਰ 2 ਇੱਕ ਅਬੋਰਸ਼ਨ ਰਾਈਟਸ ਨੂੰ ਲੈ ਕਰਕੇ ਬੜਾ ਉੱਥੇ ਉਹ ਪਿੱਛੇ ਜੇ ਉਹਨਾਂ ਦੇ ਜਿਹੜਾ ਸੁਪਰੀਮ ਕੋਰਟ ਸੀ, ਸੁਪਰੀਮ ਕੋਰਟ ਨੇ ਕੁਝ ਉਹਨਾਂ ਨੂੰ ਨਿਰਦੇਸ਼ਨ ਦਿੱਤੇ ਸੀ ਰਿਗਾਰਡਿੰਗ ਅਬੋਰਸ਼ਨ ਰਾਈਟਸ, ਉਹਨੂੰ ਲੈ ਕਰਕੇ ਕਾਫੀ ਜ਼ਿਆਦਾ ਕਾਫੀ ਇੰਪੋਰਟੈਂਟ ਲੈਵਲ 'ਤੇ ਉਹ ਇਸ਼ੂ। ਯੈਸ, ਮਾਈ ਬਾਡੀ ਮਾਈ ਚੋਇਸ। ਯੈਸ ਤੇ ਇਹ ਮੁੱਦੇ ਜਿਹੜੇ ਕਾਫੀ ਉੱਠ ਕੇ ਆ ਰਹੇ। ਇੱਕ ਜਿਹੜੇ ਇਸ਼ੂਜ਼ ਦੀ ਤੁਸੀਂ ਗੱਲ ਕੀਤੀ, ਇੱਕ ਬੜੀ ਇੰਟਰਸਟਿੰਗ ਗੱਲ ਇਸ ਵਾਰੀ ਇਸ ਇਲੈਕਸ਼ਨ 'ਚ ਇਹ ਹੈ ਕਿ ਉੱਥੇ ਦੇਖੋ ਜੀ ਬਾਈ ਪਾਰਟੀ ਸਿਸਟਮ ਹੈ, ਦੋ ਹੀ ਪੋਲੀਟੀਕਲ ਪਾਰਟੀਜ਼ ਹੈ, ਡੈਮੋਕ੍ਰੈਟ ਐਂਡ ਰਿਪਬਲਿਕਨਸ, ਅਤੇ ਇਹਨਾਂ ਦੇ ਜਿਹੜੇ ਮੁੱਦੇ ਆ ਨਾ ਜ਼ਿਆਦਾ ਡਿਫਰੈਂਟ ਨਹੀਂ ਹੁੰਦੇ, ਵੇਰੀਏਸ਼ਨਸ ਨਹੀਂ ਹੁੰਦੇ, ਲਗਭਗ ਸਿਮਿਲਰ ਹੁੰਦੇ ਜੀ ਜੀ। ਜਿੱਦਾਂ ਸਾਡੇ ਇੰਡੀਆ 'ਚ ਨਾ ਮੁੱਦੇ ਸ਼ਾਇਦ ਬਹੁਤ ਡਿਫਰੈਂਟ ਹੁੰਦੇ। ਕੋਈ ਰਾਮ ਜਨਮ ਭੂਮੀ ਦੀ ਗੱਲ ਕਰ ਰਿਹਾ ਹੁੰਦਾ ਹੈ ਅਤੇ ਕੋਈ ਆਪੋਜ਼ਿਟ ਸਾਈਡ 'ਤੇ ਕੁਝ ਹੋਰ ਹੀ ਚੱਲ ਰਿਹਾ ਹੁੰਦਾ ਹੈ। ਉੱਥੇ ਇੰਨੀ ਜ਼ਿਆਦਾ ਡਾਇਵਰਸ ਮਤਲਬ ਮੁੱਦੇ ਨਹੀਂ ਹੈ, ਲੇਕਿਨ ਇਸ ਵਾਰੀ ਹਨ। ਮਤਲਬ ਇਸ ਵਾਰੀ ਲਾਈਕ ਪਹਿਲੇ ਇੱਦਾਂ ਸੇਮ ਹੁੰਦਾ ਸੀਗਾ ਲਗਭਗ, ਮਤਲਬ ਇੱਦਾਂ, ਬਟ ਹੁਣ ਥੋੜ੍ਹਾ ਜਿਹਾ ਡਿਫਰੈਂਸ ਹੈ। ਔਰ ਇਹ ਡਿਫਰੈਂਸ ਕਾਹਦੇ ਕਰਕੇ ਕ੍ਰੀਏਟ ਹੋਇਆ? ਬਿਕੋਜ਼ ਆਫ ਦ ਲੀਡਰਸ਼ਿਪ ਆਫ ਬਾਈਡਨ ਐਂਡ ਡੋਨਲਡ ਟਰੰਪ। ਔਰ ਜਿੰਨੀਆਂ ਵੀ ਦੁਨੀਆ ਦੇ ਅੰਦਰ ਇਸ ਇਲੈਕਸ਼ਨ ਦੇ ਦੌਰਾਨ, ਇਹਨਾਂ 2 ਸਾਲਾਂ ਦੇ ਦੌਰਾਨ ਜੋ ਵੀ ਘਟਨਾਵਾਂ ਘਟੀਆਂ ਨੇ, ਉਹਨਾਂ ਘਟਨਾਵਾਂ ਨੇ ਵੀ ਇਸ਼ੂਜ਼ ਨੂੰ ਸ਼ੇਪ ਕੀਤਾ ਹੈ। ਓਕੇ, ਔਰ ਜਿੱਦਾਂ ਤੁਸੀਂ ਕਿਹਾ ਕਿ ਭਾਰਤ ਦੇ ਵਿੱਚ ਕਈ ਅਲੱਗ ਮੁੱਦੇ ਹੁੰਦੇ ਨੇ, ਕੋਈ ਰਾਮ ਜਨਮ ਭੂਮੀ ਦੀ ਗੱਲ ਕਰਦਾ ਹੁੰਦਾ ਤੇ ਕੋਈ ਤਾਜ ਮਹਿਲ ਦੀ ਗੱਲ ਕਰਦਾ ਹੁੰਦਾ। ਹਾਂਜੀ। ਸੋ ਇਹ ਵੱਖਰੇ ਵੱਖਰੇ ਮੁੱਦੇ ਹੁੰਦੇ ਨੇ, ਪਰ ਅਮਰੀਕਾ ਦੇ ਵਿੱਚ ਤਕਰੀਬਨ ਮੁੱਦੇ ਇੱਕੋ ਜਿਹੇ ਹੁੰਦੇ ਨੇ। ਸੋ ਕਈ ਵਾਰ ਕਹਿੰਦੇ ਨੇ ਕਿ ਵਨ ਐਂਡ ਦ ਸੇਮ ਥਿੰਗ, ਚਾਹੇ ਡੈਮੋਕ੍ਰੇਟਸ ਨੇ ਚਾਹੇ ਰਿਪਬਲਿਕਨਸ ਨੇ, ਵਨ ਐਂਡ ਦ ਸੇਮ ਥਿੰਗ, ਯੂ ਡੋਂਟ ਹੈਵ ਐਨੀ ਥਰਡ ਚੋਇਸ। ਦੋਨਾਂ 'ਚ ਇੱਕ ਨੂੰ ਚੁਣਨਾ ਪਏਗਾ, ਆਈਦਰ ਕੋਕ ਪੀ ਲਓ ਔਰ ਪੈਪਸੀ ਪੀ ਲਓ, ਦੋਵਾਂ 'ਚ ਇੱਕ ਚੁਣਨਾ ਪਏਗਾ। ਔਰ ਇੰਡੀਆ ਵਿੱਚ ਵੀ ਇੱਦਾਂ ਹੀ ਹੋਇਆ, ਆਈਦਰ ਕਾਂਗਰਸ ਔਰ ਬੀਜੇਪੀ। ਇਹ ਤਾਂ ਹੁਣ ਥਰਡ ਆਲਟਰਨੇਟਿਵ ਆਇਆ ਹੈ ਕਿ ਆਮ ਆਦਮੀ ਪਾਰਟੀ, ਆਪ। ਹਾਲਾਂਕਿ ਅਸੀਂ ਮਲਟੀ ਪਾਰਟੀ ਸਿਸਟਮ, ਅਮਰੀਕਾ ਇਜ਼ ਅ ਬਾਈ ਪਾਰਟੀ ਸਿਸਟਮ, ਬਟ ਸਾਡੇ ਕੋਲ ਵੀ ਚੋਇਸ ਨਹੀਂ ਹੈ। ਸਾਡੇ ਕੋਲ ਵੀ ਚੋਇਸ ਨਹੀਂ ਹੈ ਕਿਉਂਕਿ ਸਰਕਮਸਟੈਂਸਸ ਇਦਾਂ ਦੇ। ਤੁਸੀਂ ਦੇਖੋ ਜਸਟ ਇਮੈਜਿਨ, ਅਸੀਂ ਮਲਟੀ ਪਾਰਟੀ ਸਿਸਟਮ ਦੇ ਮਾਲਿਕ ਹਾਂ, ਸਾਡੇ ਕੋਲ ਤਾਂ ਚੋਇਸ ਦੀ ਕਮੀ ਹੋਈ ਹੈ। ਵੀ ਆਰ ਦੀ ਲਾਰਜੈਸਟ ਡੈਮੋਕ੍ਰੇਸੀ ਔਰ ਪਾਪੂਲੇਸ਼ਨ 'ਚ ਅਸੀਂ ਨੰਬਰ 1 ਚਾਹਣ ਵਾਲੇ, ਤਾਂ ਸਾਡੇ ਕੋਲ ਚੋਇਸ ਦੀ ਪ੍ਰੋਬਲਮ ਹੋਈ ਪਈ ਹੈ। ਜਸਟ ਥਿੰਕ ਆਫ ਅਮੈਰੀਕਨਸ, ਹੈ ਨਾ, ਉੱਥੇ ਬਾਈ ਪਾਰਟੀ ਸਿਸਟਮ ਹੈ। ਔਰ ਮੈਂ ਕਿਤੇ ਪੜ੍ਹ ਰਹੀ ਸੀਗੀ, ਕਿਤੇ ਉਹਨਾਂ ਦੇ ਇੱਕ ਵਨ ਆਫ ਦੇਅਰ ਲੀਡਿੰਗ ਨਿਊਜ਼ਪੇਪਰ 'ਚ ਮੈਂ ਪੜ੍ਹ ਰਹੀ ਸੀਗੀ, ਉੱਥੇ ਵੀ ਗੱਲਬਾਤ ਚੱਲ ਰਹੀ ਹੈ ਕਿ ਬਾਈ ਪਾਰਟੀ ਸਿਸਟਮ ਇਜ਼ ਫੋਲਿੰਗ। ਉੱਥੇ ਵੀ ਉਹ ਲੋਕ ਵੀ ਇਹ ਪ੍ਰੋਬਲਮ ਨੂੰ ਫੇਸ ਕਰ ਰਹੇ ਨੇ ਚੋਇਸਿਸ ਨੂੰ ਲੈ ਕਰਕੇ। ਮਤਲਬ ਜੇ ਸਾਡਾ ਪਲੈਟਰ ਇੰਨਾ ਪੂਰਾ ਫੁੱਲ ਹੈ ਤਾਂ ਸਾਨੂੰ ਪ੍ਰੋਬਲਮ ਆ ਰਹੀ ਹੈ। ਤੇ ਜਸਟ ਥਿੰਕ ਆਫ ਅਮਰੀਕਨਸ। ਓਕੇ, ਸੋ ਇਸ਼ੂਜ਼ ਤਕਰੀਬਨ ਸੇਮ ਨੇ। ਤੁਸੀਂ ਕਿਹਾ ਕਿ ਡੇਲੀ ਲਾਈਫ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਲੈ ਕੇ ਖਾਸ ਤੌਰ 'ਤੇ ਲੋਕ ਚਿੰਤਾ ਕਰ ਰਹੇ ਨੇ ਕਿਉਂਕਿ ਮਹਿੰਗਾਈ ਜ਼ਿਆਦਾ ਹੈ ਉੱਥੇ, ਔਰ ਕੋਵਿਡ ਜੋ ਵਾਇਰਸ 19 ਕਰਕੇ ਵੀ ਕਾਫੀ ਜ਼ਿਆਦਾ ਇਕੋਨਮੀ ਦੇ ਉੱਤੇ ਅਸਰ ਪਿਆ। ਡੈਥਸ ਵੀ ਸਭ ਤੋਂ ਜ਼ਿਆਦਾ
ਅਮਰੀਕਾ ਦੇ ਵਿੱਚ ਹੋਈਆਂ ਨੇ ਔਰ ਕਾਫੀ ਜ਼ਿਆਦਾ ਸੈਂਸਿਟਿਵ ਰਿਹਾ ਇਹ ਇਸ਼ੂ। ਸੋ ਇਸ ਵਕਤ ਉਸ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਤੇ ਇੱਧਰ ਜੋ ਇਨਵੋਲਵਮੈਂਟ ਹੈ ਯੂਕਰੇਨ ਐਂਡ ਰਸ਼ੀਆ ਦੀ ਵਾਰ, ਉਹਦੇ ਵਿੱਚ ਵੀ ਅਮਰੀਕਾ ਤੋਂ ਬਹੁਤ ਐਕਸਪੈਕਟ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਉਹ ਹੈਲਪ ਕਰ ਰਿਹਾ ਯੂਕਰੇਨ ਨੂੰ, ਠੀਕ ਹੈ ਨਾ। ਸੋ ਇਹ ਚੀਜ਼ਾਂ ਵੀ ਇਕਨੋਮੀ ਦੇ ਉੱਤੇ ਜਾਂ ਇੱਕ ਸਾਖ ਜਿਹੜੀ ਇਮੇਜ ਹੈ ਉਹਦੇ ਉੱਤੇ ਵੀ ਅਸਰ ਪੈਂਦੀ ਹੈ ਕਿ ਅਮਰੀਕਾ ਚਾਹੁੰਦਾ ਕੀ ਹੈ, ਕਿਉਂਕਿ ਇੰਡੀਆ ਤੋਂ ਵੀ ਕਾਫੀ ਕੁਝ ਐਕਸਪੈਕਟ ਕੀਤਾ ਕਿ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਆਉਣ, ਇੱਧਰੋਂ ਨਹੀਂ ਗਈਆਂ। ਸੋ ਉਹ ਵੀ ਵਰਲਡ ਲੈਵਲ ਦੇ ਉੱਤੇ ਕਾਫੀ ਇਸ਼ੂਜ਼ ਕ੍ਰੀਏਟ ਹੋਏ ਨੇ। ਸੋ ਇਸ ਵਕਤ ਜੋ ਜਨਤਾ ਹੈ ਉਹ ਸਿਰਫ ਔਰ ਸਿਰਫ ਡੇਲੀ ਯੂਜ਼ੇਜ ਦੀਆਂ ਚੀਜ਼ਾਂ ਔਰ ਜੋ ਇਨਫਲੇਸ਼ਨ ਹੈ ਉਹਦੇ ਉੱਤੇ ਹੀ ਕਿ ਮਹਿੰਗਾਈ ਹੋ ਗਈ ਹੈ, ਡੇਲੀ ਯੂਜ਼ ਦੀਆਂ ਚੀਜ਼ਾਂ, ਔਰ ਇਸ ਤੋਂ ਇਲਾਵਾ ਹੋਰ ਕੋਈ ਮੇਜਰ ਮੁੱਦਾ ਨਹੀਂ ਹੈ? ਦੇਖੋ ਜਿਹੜਾ ਮੇਜਰ ਮੁੱਦਾ ਜਿਹੜਾ ਇਸ ਟਾਈਮ ਉਹ ਇਹ ਹੈ ਕਿ ਅਮਰੀਕਾ ਦਾ ਜਿਹੜਾ ਆਪਣਾ ਸੁਪਰ ਪਾਵਰ ਦਾ ਇੱਕ ਜਿਹੜਾ ਸਟੇਟਸ ਹੈ ਨਾ, ਉਹਦੇ ਤੇ ਵੀ ਕੁਐਸਚਨ ਮਾਰਕ ਲੱਗਾ ਹੋਇਆ ਹੈ। ਜੀ ਜੀ। ਬਿਕੋਜ਼ ਹੁਣ ਆਪਾਂ ਕਹਿ ਰਹੇ ਮਲਟੀਪੋਲਰ ਵਰਲਡ ਬਣ ਰਿਹਾ, ਹਾਂ ਠੀਕ ਹੈ। ਸੋ ਮੈਨੀ ਔਰ ਕਿੰਨੇ ਇਸ਼ੂਜ਼ ਹੋ ਗਏ। ਦੇਖੋ ਪਿਛਲੇ ਸਾਲ ਅਫਗਾਨਿਸਤਾਨ ਇਸ਼ੂ ਹੋਇਆ, ਜਿਹਦੇ ਤੇ ਮਤਲਬ ਅਮਰੀਕਾ ਦੇ ਉੱਤੇ ਸਵਾਲੀਆ ਨਿਸ਼ਾਨ ਸੀਗਾ। ਯੈਸ, ਉਧਰ ਸਪੋਰਟ ਕਰ ਰਿਹਾ ਹੈ ਚਾਈਨਾ, ਰਸ਼ੀਆ ਉਹਨਾਂ ਨੂੰ ਸਪੋਰਟ ਕਰ ਰਿਹਾ ਕਿ ਆਪਣੇ ਨਾਲ ਲੈਣਾ ਚਾਹੁੰਦਾ ਹੈ। ਕੋਵਿਡ ਦੀ ਇੰਨੀ ਵੱਡਾ ਘਟਨਾ ਹੋ ਗਈ, ਜੀ ਜੀ। USA was helpless. Yes. Couldn't check and control China. Now this third is European Union. Europe ਸਾਰਾ ਹਿਲ ਗਿਆ। ਬਿਲਕੁਲ ਸਹੀ ਗੱਲ ਹੈ। ਠੀਕ ਹੈ। ਉਹ ਜਿਹੜੇ ਇੱਕ ਅਸੀਂ ਮੁੱਦੇ ਪਹਿਲੇ ਡਿਸਕਸ ਕੀਤੇ ਉਹ ਤਾਂ ਹੈਗੇ ਆਮ ਮੁੱਦੇ। ਅਸਲ 'ਚ ਮੁੱਦੇ ਇਹ ਹੈ ਜਿਨ੍ਹਾਂ ਦੇ ਕਰਕੇ ਜਨਤਾ ਦੇ ਜਿਹੜਾ ਵੋਟ ਸ਼ਿਫਟ ਹੋਣਾ ਹੀ ਹੋਣਾ। ਕਈ ਚੈਨਲਸ ਪ੍ਰਿਡਿਕਟ ਕਰ ਰਹੇ ਉਹਨਾਂ ਦਾ ਕਿ ਦੇਰ ਇਜ਼ ਲਾਈਕਲੀਹੁੱਡ ਕਿ ਮਤਲਬ ਟਿਲਟ ਜਿਹੜਾ ਟਰੰਪ ਵੱਲ ਨਜ਼ਰ ਆ ਰਿਹਾ। ਹਾਲਾਂਕਿ ਬਾਈਡਨ ਨੂੰ ਵੀ ਲਿਆਉਣ ਵਾਲੇ ਇਹੀ ਸੀਗੇ, ਲੇਕਿਨ ਜੋ ਉੱਥੇ ਰੇਟਿੰਗਸ ਆ ਰਹੀਆਂ ਨੇ, ਜੋ ਉੱਥੇ ਵੋਟਰਸ ਜੋ ਆਪਣਾ ਦੱਸ ਰਹੇ ਨੇ, ਟਿਲਟ ਥੋੜਾ ਟਰੰਪ ਵਾਲੀ, ਜਿੱਦਾਂ ਕਿ ਮੈਂ ਪਹਿਲੇ ਵੀ ਕਿਹਾ। ਬਾਕੀ ਰੈਸਟ ਟਾਈਮ ਦੱਸੇਗਾ। ਓਕੇ, ਕਿਉਂਕਿ ਕਈ ਵਾਰ ਨਾ ਜੋ ਇਕਨੋਮੀ ਨੂੰ ਡਿਸਕਸ ਕਰੋ, ਕਈ ਵਾਰ ਇਹ ਲੱਗਦਾ ਹੈ ਕਿ ਜਦੋਂ ਤੱਕ ਇੱਕ ਆਲਟਰਨੇਟਿਵ ਨਹੀਂ ਤੁਸੀਂ ਲੱਭੋਗੇ ਨਾ એનર્ਜੀ ਨੂੰ ਲੈ ਕੇ, ਉਦੋਂ ਤੱਕ ਇਹ ਸਿਸਟਮਸ ਹੱਲ ਨਹੀਂ ਹੋਣਗੇ। ਇਹ ਪੋਲੀਟੀਕਲ ਵਾਰਸ ਚੱਲਦੀਆਂ ਰਹਿਣਗੀਆਂ, ਇਹ ਦੇਸ਼ਾਂ ਦੀਆਂ ਆਪਸ 'ਚ ਲੜਾਈਆਂ ਚੱਲਦੀਆਂ ਰਹਿਣਗੀਆਂ, ਕਿਉਂਕਿ ਤੁਸੀਂ ਨੈਚੁਰਲ ਗੈਸ, ਪੈਟਰੋਲੀਅਮ ਇਹਦੇ ਉੱਤੇ ਡਿਪੈਂਡ ਕਰਦੇ ਹੋ। ਤੁਸੀਂ ਸਨਲਾਈਟ ਨੂੰ ਯੂਜ਼ ਕਰ ਸਕਦੇ ਹੋ, ਤੁਸੀਂ ਵਿੰਡ ਨੂੰ ਯੂਜ਼ ਕਰ ਸਕਦੇ ਹੋ। એનર્ਜੀ ਦੇ ਆਲਟਰਨੇਟਿਵ ਜਦੋਂ ਤੁਸੀਂ ਪੈਦਾ ਕਰਦੇ ਹੋ ਤਾਂ ਤੁਸੀਂ ਦੂਸਰੇ ਦੇਸ਼ ਦੇ ਉੱਤੇ ਡਿਪੈਂਡ ਨਹੀਂ ਕਰਦੇ ਹੋ, ਤਾਂ ਤੁਸੀਂ ਕਾਫੀ ਹੱਦ ਤੱਕ ਬਚ ਕੇ ਨਿਕਲ ਸਕਦੇ ਹੋ ਇਹਨਾਂ ਵਾਰਸ ਤੋਂ। ਸੋ ਇਹ ਇੱਕ ਸਟ੍ਰੈਟੇਜੀ ਬਣਦੀ ਪਈ ਹੈ ਵਰਲਡ ਲੈਵਲ ਦੇ ਉੱਤੇ। ਤੁਸੀਂ એનર્ਜੀ ਦੀ ਗੱਲ ਕਰ ਰਹੇ ਹੋ, એનર્ਜੀ ਦੀ ਨੀਡ ਤਾਂ ਸਾਨੂੰ ਦਿਖਾਈ ਦੇ ਰਹੀ ਹੈ, ਲੇਕਿਨ એનર્ਜੀ ਦੀ ਨੀਡ ਤੋਂ ਵੀ ਉੱਪਰ ਜਿਹੜਾ ਇਸ ਟਾਈਮ ਸਾਨੂੰ ਡੋਮੀਨੇਟ ਕਰ ਰਿਹਾ ਨਾ, ਉਹ ਮੀਡੀਆ ਹੈ, ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ। ਹਾਂ। ਮੀਡੀਆ ਤੋਂ ਮਾਨੇ ਸੋਸ਼ਲ ਪਲੇਟਫਾਰਮਸ ਦੀ ਇੱਥੇ ਮੈਂ ਗੱਲ ਕਰੂੰਗੀ। ਜੇ ਸੋਸ਼ਲ ਪਲੇਟਫਾਰਮਸ 'ਚੋਂ ਵੀ ਮੈਨੂੰ ਇੱਕ ਨੂੰ ਚੁਣਨਾ ਪਵੇ ਤਾਂ ਮੈਂ ਟਵਿੱਟਰ ਦੀ ਗੱਲ ਕਰੂੰਗੀ। ਟਵਿੱਟਰ ਬਾਰੇ ਗੱਲ ਹੋ ਰਹੀ ਹੈ ਕਿ ਕਿਉਂਕਿ ਪਹਿਲਾਂ ਜੋ ਡੋਨਲਡ ਟਰੰਪ ਨੇ ਉਹ ਟਵਿੱਟਰ ਤੇ ਬੈਨ ਸੀਗੇ, ਹੁਣ ਮਸਕ ਆ ਗਏ ਨੇ, ਟਵਿੱਟਰ ਦੇ ਨਵੇਂ CEO ਬਣੇ ਨੇ ਔਰ ਸਾਰੀ ਟੀਮ ਦੀ ਜੋ ਹੈ ਛਟਨੀ ਕਰਕੇ ਰੱਖ ਦਿੱਤੀ ਹੈ। ਈਵਨ ਇੰਡੀਅਨਸ ਨੂੰ ਤਾਂ ਬਹੁਤ ਜ਼ਿਆਦਾ ਛਟਨੀ ਕੀਤੀ ਗਈ ਹੈ। ਨਾਓ ਸਮ ਐਕਸਪਰਟਸ ਸੇ ਕਿ ਜੋ ਮਸਕ ਨੇ ਉਹ ਡੋਨਲਡ ਟਰੰਪ ਨੂੰ ਉਹ ਫੇਵਰ ਕਰਦੇ ਨੇ, ਹੋ ਸਕਦਾ ਕਿ ਫਿਰ ਤੋਂ ਅਲਾਉ ਕੀਤਾ ਜਾਵੇ। ਔਰ ਇੱਧਰ ਬਾਈਡਨ ਜੀ ਕਹਿ ਰਹੇ ਨੇ ਕਿ ਟਵਿੱਟਰ ਨੂੰ ਤੇ ਹੋਰ ਕੋਈ ਕੰਮ ਨਹੀਂ ਹੈਗਾ ਸਾਰਾ ਝੂਠ ਫੈਲਾਉਣ ਦੇ। ਔਰ ਕਿਤੇ ਨਾ ਕਿਤੇ ਸਰਵੇਜ਼ ਵੀ ਹੁੰਦੀਆਂ ਨੇ ਜਿਹਦੇ 'ਚ ਇਹ ਸਾਹਮਣੇ ਆਉਂਦੀ ਹੈ ਕਿ ਬਾਈਡਨ ਆਪਣੀ ਪਪੂਲੈਰਿਟੀ ਗਵਾ ਰਹੇ ਨੇ ਇਨ ਅਮੰਗ ਅਮਰੀਕਨਸ। ਔਰ ਜੋ ਡੋਨਲਡ ਟਰੰਪ ਆ ਇਹ ਉਹ ਆਪਣੇ ਆਪ ਖੁਦ ਕਹਿ ਰਹੇ ਨੇ ਕਿ ਆਈ ਐਮ ਵੈਰੀ ਮਚ ਪਾਵਰਫੁਲ, ਮੇਰੀ ਪਾਰਟੀ ਦੇ ਵਿੱਚ ਮੇਰੇ ਜਿੰਨਾ ਕੋਈ ਪਾਵਰਫੁਲ ਨਹੀਂ ਜੋ ਮੈਨੂੰ ਟੱਕਰ ਦੇ ਸਕੇ, ਔਰ ਮੈਂ ਬਾਈਡਨ ਜੋ ਪ੍ਰੈਜ਼ੀਡੈਂਟ ਹੈ ਉਹਨਾਂ ਤੋਂ ਮੈਂ ਜ਼ਿਆਦਾ ਮਸ਼ਹੂਰ ਹਾਂ ਲੋਕਾਂ ਦੇ ਵਿੱਚ। ਉਹ ਆਪਣੇ ਆਪ ਇਹ ਗੱਲ ਕਹਿ ਰਹੇ ਨੇ। ਦੇਖੋ ਜਿੰਨੇ ਵੀ ਇਲੈਕਸ਼ਨ ਕੈਂਪੇਨਸ ਤੁਸੀਂ ਲੈ ਲਓ ਜੀ, ਦੋਨਾਂ ਦਾ, ਬਾਈਡਨ ਸਾਹਿਬ ਦਾ, ਟਰੰਪ ਸਾਹਿਬ ਦਾ, ਉਹਨਾਂ ਨੇ ਜੀ ਜਾਨ ਲਗਾਈ ਹੋਈ ਹੈ ਆਪਣੇ ਆਪਣੇ ਕੈਂਡੀਡੇਟ ਨੂੰ ਕਰਨ ਲਈ, ਮਤਲਬ ਉਹਨਾਂ ਨੂੰ ਜ਼ਿਆਦਾ ਇੱਕ ਅੱਛੀ ਚੋਇਸ ਦੱਸਣ ਲਈ। ਹੁਣ ਜਿਹੜੇ ਟਰੰਪ ਸਾਹਿਬ ਹੈ ਨਾ, ਉਹਨਾਂ ਦੇ ਹਰ ਸਪੀਚ ਵਿੱਚ, ਹਰ ਕੈਂਪੇਨ ਵਿੱਚ ਹੀ ਯੂਜ਼ਸ ਦ ਵਰਡ ਦੇ ਆਰ ਲਾਇਰਸ, ਹੀ ਇਜ਼ ਲਾਇਰਸ, ਆਈ ਨੈਵਰ ਲੋਸਟ ਦ ਪ੍ਰੀਵੀਅਸ ਇਲੈਕਸ਼ਨ। ਇਹ ਇੱਕ ਕੁਛ ਪੈਟ ਡਾਇਲੌਗ ਹੈ ਉਹਨਾਂ ਦੇ ਸਪੀਚਸ 'ਚ, ਜੇ ਤੁਸੀਂ ਸੁਣੋਗੇ, ਧਿਆਨ ਨਾਲ ਐਨਾਲਾਈਜ਼ ਕਰੋਗੇ, ਮਤਲਬ ਉਹ ਇੱਦਾਂ ਲੱਗ ਰਿਹਾ ਹੈ ਕਿ ਮਿਡ-ਟਰਮ ਪੋਲ ਦੇ ਨਾਲ ਉਹ ਜਿਹੜਾ ਪੁਰਾਣਾ ਕੈਂਡੀਡੇਟ ਵਾਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਨਾ, ਉਹ ਹਜੇ ਚੱਲਦਾ ਹੀ ਪਿਆ। ਉਹ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ, ਉਹ ਮੰਨਦੇ ਨਹੀਂ ਪਏ। ਹੀ ਇਜ਼ ਨਾਟ ਕੁਇਟਿੰਗ। ਐਂਡ ਤੁਸੀਂ ਦੇਖੋ, ਤੁਸੀਂ ਠੀਕ ਕਹਿ ਰਹੇ ਹੋ ਕਿ ਉਹਨਾਂ ਨੂੰ ਜਦੋਂ 21 'ਚ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀਗਾ, ਅਤੇ ਜਦੋਂ ਐਲਨ ਮਸਕ ਨੇ ਟਵਿੱਟਰ ਨੂੰ ਲਿਆ ਅਤੇ ਕਈ ਲੋਕਾਂ ਨੇ, ਕਈ ਐਨਾਲਿਸਟ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੀ ਇਜ਼ ਫੇਵਰਿੰਗ ਟਰੰਪ।
ਟੂ ਐਨ ਐਕਸਟੈਂਟ ਕਿ ਐਲਨ ਮਸਕ ਨੂੰ ਇਹ ਕਹਿਣਾ ਪਿਆ ਕਿ ਮੈਂ ਟਰੰਪ ਸਾਹਿਬ ਨੂੰ ਤਦ ਤੱਕ ਮਤਲਬ ਉਹਨਾਂ 'ਤੇ ਬੈਨ ਨਹੀਂ ਹਟਾਵਾਂਗੇ ਜਦ ਤੱਕ ਮਿਡ ਟਰਮ ਪੋਲ ਖਤਮ ਨਹੀਂ ਹੋਣਗੇ। ਓ ਮਤਲਬ ਦੇਰ ਇਜ਼ ਅ ਪੋਸੀਬਿਲਿਟੀ ਕਿ ਵੰਸ ਦ ਮਿਡ ਟਰਮ ਪੋਲਸ ਆਰ ਓਵਰ ਤਾਂ ਜਿਹੜੇ ਟਰੰਪ ਸਾਹਿਬ ਹੈ ਉਹ ਹੀ ਕੈਨ ਕਮ ਬੈਕ ਔਨ ਟਵਿੱਟਰ। ਯਾ ਔਰ ਅੱਛਾ ਜੇ ਅਸੀਂ ਐਲਨ ਮਸਕ ਦੀ ਹੀ ਗੱਲ ਕਰੀਏ ਤੇ ਜਦੋਂ ਦੇ ਉਹ ਐਕਚੁਅਲੀ ਉਹਨਾਂ ਦੀ ਹੌਬੀ ਨੇ ਜ਼ਿਆਦਾ ਉਹਨਾਂ ਨੂੰ ਡੋਮੀਨੇਟ ਕਰਤਾ ਦੈਨ ਹਿਜ਼ ਓਨ ਕਰੀਅਰ। ਉਹਨਾਂ ਦੀ ਪਹਿਲੇ ਹੌਬੀ ਹੁੰਦੀ ਸੀ ਹੀ ਯੂਜ਼ ਟੂ ਟਵੀਟ ਅ ਲੋਟ। ਠੀਕ ਹੈ, ਹੁਣ ਉਹ ਜਦੋਂ ਦੇ ਉਹ ਬਣੇ ਹੈ ਤਾਂ ਜਿਹੜੀ ਟਵੀਟਿੰਗ ਜਿਹੜੀ ਉਹ ਜ਼ਿਆਦਾ ਹੋ ਗਈ ਹੈ ਐਂਡ ਸਪੈਸ਼ਲੀ ਹੀ ਇਜ਼ ਟਵੀਟਿੰਗ ਅਬਾਊਟ ਹਿਜ਼ ਓਨ ਕੰਪਨੀਜ਼। ਮਤਲਬ ਇਲੈਕਸ਼ਨਸ ਤੇ ਹੋ ਹੀ ਰਹੇ ਹੈ ਪਰ ਜਦੋਂ ਪੂਰੀ ਦੁਨੀਆ ਨੇ ਜਾਂ ਜਿਹੜੇ ਇਲੈਕਸ਼ਨਸ ਦੇ ਠੇਕੇਦਾਰ ਨੇ ਜਦੋਂ ਉਹਨਾਂ ਨੇ ਕਿਹਾ ਇੱਦਾਂ ਕਿ ਯੂ ਆਰ ਇਨਫਲੂਐਂਸਿੰਗ ਦੀ ਇਲੈਕਸ਼ਨਸ ਆਫ ਅਮਰੀਕਾ ਤੇ ਹੀ ਸੈਡ ਕਿ ਨਹੀਂ ਆਈ ਵਿਲ ਟੇਕ ਕੇਅਰ ਕਿ ਮਿਸ ਇਨਫੋਰਮੇਸ਼ਨ ਨਾ ਕੋਈ ਫੈਲਾਈ ਜਾਵੇ। there should not be any ਔਰ ਮੈਨੂੰ ਮੋਡਰੇਸ਼ਨ 'ਚ ਹੋਵੇ ਸਾਰਾ ਕੁਛ। there will be a strong check। ਹੁਣ ਪਤਾ ਨਹੀਂ ਉਹ ਚੈੱਕ ਕਦੋਂ ਲੱਗੇਗਾ। ਔਰ ਇਹਦੇ ਵਿੱਚ ਇੱਕ ਹੋਰ ਪੁਆਇੰਟ ਆਉਂਦਾ ਕਿ ਜਿਹੜਾ ਉਹਨਾਂ ਦਾ ਆਪਣਾ ਸੋਸ਼ਲ ਪਲੇਟਫਾਰਮ ਹੈ ਦੈਟ ਇਜ਼ ਟਰੁਥ ਸੋਸ਼ਲ ਪਲੇਟਫਾਰਮ ਯੈਸ ਜੋ ਟਰੰਪ ਖੁਦ ਓਨ ਕਰਦੇ ਨੇ, ਉਹ ਕੀ ਰੋਲ ਪਲੇ ਕਰੇਗਾ ਜੇ ਟਵਿੱਟਰ ਤੇ ਉਹ ਮੰਨ ਲਓ ਨਹੀਂ ਆਉਂਦੇ ਮਿਡ ਟਰਮ ਪੋਲ ਤੱਕ? ਦੇਖੋ ਇੱਦਾਂ ਕਿ ਇਹ ਵਾਲਾ ਜਿਹੜਾ ਪਲੇਟਫਾਰਮ ਹੈ ਅਮਰੀਕਾ ਦੇ ਵਿੱਚ ਹੀ ਪੋਪੂਲਰ ਹੈ। ਇਹਨੂੰ ਹਜੇ ਦੁਨੀਆ 'ਚ ਦੇ ਲੋਕਾਂ ਨੂੰ ਜ਼ਿਆਦਾ ਇਸ ਬਾਰੇ ਇਸ ਪਲੇਟਫਾਰਮ ਬਾਰੇ ਨਹੀਂ ਪਤਾ ਪਰ ਉਹ ਆਪਣੇ ਪਲੇਟਫਾਰਮ 'ਤੇ ਆਪਣੀ ਅਚੀਵਮੈਂਟਸ ਔਰ ਨੈਚੁਰਲੀ ਓਪੋਨੈਂਟਸ ਦੀਆਂ ਜਦੋਂ ਆਪਾਂ ਡੀਮੈਰਿਟਸ ਆਪਾਂ ਦੱਸ ਰਹੇ ਹਾਂ। ਜਦੋਂ ਟਵਿੱਟਰ ਨੂੰ ਐਲਨ ਮਸਕ ਨੇ ਲੈ ਲਿਆ ਸੀਗਾ, ਜਦੋਂ ਉਹਦੇ ਮਾਲਿਕ ਬਣ ਗਏ ਸੀਗੇ ਤਾਂ ਸਭ ਤੋਂ ਪਹਿਲੀ ਜਿਹੜੀ ਟਰੰਪ ਸਾਹਿਬ ਨੇ ਟਵੀਟ ਕੀਤੀ ਸੀਗੀ ਨਾ ਉਹ ਇਹੀ ਸੀਗੀ ਕਿ ਨਾ ਆਪਣੇ ਜਿਹੜਾ ਉਹਨਾਂ ਦਾ ਸੋਸ਼ਲ ਟਰੁਥ ਨਾਮਕ ਪਲੇਟਫਾਰਮ ਹੈ ਮੀਡੀਆ ਜਿਹੜਾ ਪਲੇਟਫਾਰਮ ਹੈ ਉਹਦੇ 'ਤੇ ਉਹਨਾਂ ਨੇ ਇਹੀ ਟਵੀਟ ਕੀਤੀ ਸੀ ਕਿ ਨਾਓ ਟਵਿੱਟਰ ਇਜ਼ ਇਨ ਸੇਨ ਹੈਂਡਸ। ਮਤਲਬ ਜਿਹੜਾ ਹੁਣ ਯੈਸ ਕਿ ਟਵਿੱਟਰ ਹੁਣ ਬਿਲਕੁਲ ਇੱਕ ਸੁਰੱਖਿਅਤ ਹੱਥਾਂ 'ਚ ਹੈ। ਇੱਥੋਂ ਫਿਰ ਤੁਸੀਂ ਉਹਨਾਂ ਦੀ ਕੈਮਿਸਟਰੀ ਦਾ ਅੰਦਾਜ਼ਾ ਲਗਾ ਸਕਦੇ ਹੋ। ਯੈਸ ਔਰ ਉਹਨਾਂ ਨੇ ਪਬਲਿਕਲੀ ਇਹ ਸਟੇਟਮੈਂਟ ਦਿੱਤੀ ਹੈ, ਟਵੀਟ ਕੀਤਾ। ਯੈਸ ਪਤਾ ਲੱਗਦਾ ਹੈ ਕਿ ਕੁਛ ਨਾ ਕੁਛ ਸਿਗਨਲਸ ਮਿਲ ਰਹੇ ਨੇ ਆਪਸ ਦੇ ਵਿੱਚ। ਤੁਸੀਂ ਦੇਖੋ ਨਾ ਜਿਹੜੇ ਐਲਨ ਮਸਕ ਹੈ ਮੈਂ ਸੁਣਨ 'ਚ ਇਹ ਵੀ ਆਉਂਦਾ ਹੈ ਕਿ ਜਿਹੜੇ ਪੈਸੇ ਨਾ ਉਹਨਾਂ ਨੇ ਖਰੀਦਿਆ what ਜੋ ਮੇਰੇ ਸੋਰਸਿਸ ਤੋਂ ਮੈਨੂੰ ਪਤਾ ਲੱਗਿਆ 50% ਇਨਵੈਸਟਮੈਂਟ ਚਾਈਨੀਜ਼ ਦੀ ਹੈ, 30% ਮਸਕ ਦੀ ਹੈ, 20% ਡੀਪ ਸਟੇਟ ਵਾਲਿਆਂ ਦੀ ਹੈ। ਡੀਪ ਸਟੇਟ ਵਰਕਸ ਯੈਸ ਤੇ ਇਹ ਸਾਰਿਆਂ ਨੇ ਮਿਲ ਮਿਲਾ ਕੇ ਦਿਸ ਇਜ਼ ਹਾਊ ਐਕਚੁਅਲੀ ਟਵਿੱਟਰ ਕੀ ਹੈ। ਵੈਸੇ ਤਾਂ ਮੀਡੀਆ ਸੋਸ਼ਲ ਪਲੇਟਫਾਰਮ ਬਹੁਤ ਨੇ, ਫੇਸਬੁੱਕ ਦੇ ਫੋਲੋਵਰਸ ਜ਼ਿਆਦਾ ਨੇ ਜੀ, ਟਵਿੱਟਰ 'ਤੇ ਘੱਟ, ਲੇਕਿਨ ਟਵਿੱਟਰ ਇੱਕ ਐਸਾ ਇੰਜਨ ਬਣ ਗਿਆ ਜਿਹਦੇ 'ਤੇ ਹਰ ਬੰਦੇ ਨੇ ਆ ਕੇ ਹਰ ਪੋਲੀਟੀਸ਼ੀਅਨ ਨੇ ਆ ਕੇ ਪਹਿਲੇ ਟਵੀਟ ਦੇਣੀ ਆ ਔਰ ਉਹ ਖਬਰ ਜਿਹੜੀ ਆ ਟੀਵੀ ਚੈਨਲਸ ਰੇਡੀਓ ਤੋਂ ਵੀ ਪਹਿਲੇ ਪਹੁੰਚ ਜਾਣੀ ਹੈ। ਇੱਕ ਸਟੈਂਡਰਡ ਬਣ ਗਿਆ ਹੈ। ਯੈਸ ਔਰ ਲੋਕ ਫੋਲੋ ਕਰਦੇ ਨੇ ਕਿ ਟਵੀਟ ਕੀ ਤੇ ਕੀਤਾ। ਤੁਸੀਂ ਜੇ ਟਵਿੱਟਰ ਨੂੰ ਆਪਣੀ ਜੇਬ 'ਚ ਪਾ ਲਿਆ ਮਤਲਬ ਪੋਲੀਟੀਸ਼ੀਅਨ ਸਾਰੇ ਤੁਹਾਡੇ ਜੇਬ 'ਚ। ਉਹ ਪੁਰਾਣੇ ਜ਼ਮਾਨੇ 'ਚ ਦੇਖੋ ਜੀ ਜਦੋਂ ਬੈਲਟ ਬਾਕਸਿਸ ਨੂੰ ਆਪਾਂ ਗੁੰਡਾਗਰਦੀ ਦੇ ਸਿਰ ਤੇ ਚੁੱਕ ਲੈਂਦੇ ਸੀਗੇ, ਹੁਣ ਅਸੀਂ ਟਵਿੱਟਰ ਨੂੰ ਲੈ ਲਿਆ। ਔਰ ਵੈਸੇ ਬੈਲਟ ਪੇਪਰ ਤੇ ਅਮਰੀਕਨਸ ਦੇ ਘਰ ਘਰ ਪਹੁੰਚ ਗਏ ਨੇ ਮਿਡ ਟਰਮ ਪੋਲਸ ਤੋਂ ਇੱਥੇ ਪਹਿਲਾਂ। ਅਸੀਂ ਸਾਰੀ ਦੁਨੀਆ ਦੇ ਬੈਲਟ ਪੇਪਰ ਤੇ ਉਹ ਕਰ ਲਿਆ। ਦਿਸ ਇਜ਼ ਵਾਟ ਟੈਕਨੋਲੋਜੀ ਇਜ਼। ਉਹ ਤਾਂ ਪ੍ਰੋਸੈਸ ਹੈ ਨਾ। ਬਿਲਕੁਲ। ਓਕੇ, ਆਪਾਂ ਜਦੋਂ ਟਵਿੱਟਰ ਦੀ ਗੱਲ ਕਰਦੇ ਆ ਤਾਂ ਇਹ ਦੋ ਤਿੰਨ ਸ਼ਬਦ ਹੋਰ ਵੀ ਸਾਹਮਣੇ ਆਉਂਦੇ ਨੇ ਟਵਿੱਟਰ ਨੂੰ ਲੈ ਕੇ, ਦੈਟ ਇਜ਼ ਬਲੂ ਟਿਕ। ਬਲੂ ਟਿਕ ਨੂੰ ਹੁਣ ਉਹ ਪੇਡ ਹੋ ਜਾਏਗਾ ਐਂਡ ਐਡਿਟ ਬਟਨ ਕਹਿੰਦੇ ਨੇ, ਮੈਂ ਉਹ ਵੀ ਉਹਦੇ ਵਿੱਚ ਇੰਟਰੋਡਿਊਸ ਕਰਨ ਜਾ ਰਿਹਾ। ਵਾਟਸ ਦੈਟ? ਦੇਖੋ ਬਲੂ ਟਿਕ ਦਾ ਤਾਂ ਮਤਲਬ ਇਹ ਹੈ ਕਿ ਤੁਹਾਡਾ ਅਕਾਊਂਟ ਹੈ ਉਹ ਜ਼ਿਆਦਾ ਆਥੈਂਟੀਕੇਟ ਹੋ ਜਾਏਗਾ। ਇਟ ਵਿਲ ਬੀ ਵਿਊਡ ਐਜ਼ ਮੋਰ ਲੀਗਲ, ਮੋਰ ਆਥੈਂਟੀਕੇਟਡ। ਮਤਲਬ ਤੁਹਾਨੂੰ ਇੱਕ ਬ੍ਰਾਂਡਿੰਗ ਹੋ ਜਾਏਗੀ ਤੁਹਾਡੇ। ਸ਼ਾਇਦ $8 ਦੇ ਨੇ, ਕੁਛ ਇੱਦਾਂ ਦਾ ਹਿਸਾਬ ਹੈ। ਜੀ ਜੀ ਜੀ। ਹੁਣ ਜਿਹੜਾ ਐਡਿਟ ਬਟਨ ਹੈ ਇਹ ਮਸਕ ਸਾਹਿਬ ਨੇ ਕਿਹਾ ਹੈ ਕਿ ਜਦੋਂ ਨਵੇਂ ਫੀਚਰਸ ਜਿਹੜੇ ਆਉਣਗੇ ਉਹਦੇ ਵਿੱਚ ਐਡਿਟ ਬਟਨ ਦਾ ਇਸਤੇਮਾਲ ਹੋਏਗਾ ਜਿਹਦੇ 'ਚ ਉਹ ਆਫ ਕੋਰਸ ਵੈਨ ਦ ਨੇਮ ਇਟਸੈਲਫ ਸੁਜੈਸਟ ਐਡਿਟ ਬਟਨ ਕਿ ਜੋ ਵੀ ਕੰਟਰੋਵਰਸ਼ੀਅਲ ਅਗਰ ਚੀਜ਼ਾਂ ਹੈ ਜਾਂ ਜੋ ਅਗਰ ਉਹਨਾਂ ਨੂੰ ਨਹੀਂ ਠੀਕ ਲੱਗਦਾ ਦੈਟ ਕੈਨ ਬੀ ਐਡਿਟਡ, ਜਾਂ ਫਿਰ ਚੋਇਸ ਹੁੰਦੀ ਕਿ ਅਸੀਂ ਖੁਦ ਵੀ ਆਪਣੀ ਉਹਨੂੰ ਐਡਿਟ ਕਰ ਸਕੀਏ। ਰਾਈਟ। ਚਲੋ ਇਹ ਵੀ ਇੱਕ ਫੀਚਰ ਹੈ ਜੋ ਆਉਣ ਵਾਲੇ ਟਾਈਮ 'ਚ ਮਿਲੇਗਾ ਦੇਖਣ ਨੂੰ। ਸੋ ਕਈ ਪ੍ਰੈਸ਼ਰ ਗਰੁੱਪਸ ਕਿਉਂਕਿ ਹਰ ਥਾਂ 'ਤੇ ਹਰ ਸੁਸਾਇਟੀ 'ਚ ਹੁੰਦੇ ਨੇ ਜਿਨ੍ਹਾਂ ਨੂੰ ਖਾਸ ਕਰਕੇ ਲੋਕਾਂ ਦਾ ਫਿਕਰ ਰਹਿੰਦਾ ਹੈ, ਦੇਸ਼ ਦਾ ਫਿਕਰ ਰਹਿੰਦਾ ਹੈ, ਨੀਤੀਆਂ ਦਾ ਫਿਕਰ ਰਹਿੰਦਾ ਹੈ ਕਿ ਕੁਝ ਇੱਧਰ ਉੱਧਰ ਨਾ ਹੋ ਜਾਏ, ਕੁਝ ਉੱਚਾ ਨੀਵਾਂ ਨਾ ਹੋ ਜਾਏ। ਉਸ ਕਰਕੇ ਉਹ ਖਾਸ ਤੌਰ 'ਤੇ ਐਕਟਿਵ ਰਹਿੰਦੇ ਨੇ। ਕੁਝ NGOs ਹੁੰਦੇ ਨੇ ਜਾਂ ਕੋਈ ਸੈਲਫ ਪ੍ਰਮੋਟਡ ਵੀ ਹੁੰਦੇ ਨੇ ਜਿਹੜੇ ਪ੍ਰੈਸ਼ਰ ਗਰੁੱਪਸ ਹੁੰਦੇ ਨੇ। ਸੋ ਉਹ ਵੀ ਕੁਝ ਨਾ ਕੁਝ ਐਕਟੀਵੇਟ ਨੇ ਜੋ ਐਡਵਰਟਾਈਜ਼ਮੈਂਟਸ ਨੂੰ ਲੈ ਕੇ Amazon ਐਂਡ ਆਲ ਦੈਟ। ਦੇਖੋ ਅਮਰੀਕਾ ਤੇ ਗੜ ਹੀ ਪ੍ਰੈਸ਼ਰ ਗਰੁੱਪਸ ਦਾ। ਜੀ।
ਠੀਕ ਹੈ। ਉੱਥੇ ਪ੍ਰੈਸ਼ਰ ਗਰੁੱਪਸ ਜਿੱਦਾਂ ਕਲਰਡ ਵਾਲਿਆਂ ਦੇ ਵੀ ਬਣੇ ਹੋਏ ਆ, ਇਮੀਗ੍ਰੈਂਟਸ ਦੇ ਵੀ ਹੈ, ਮਾਈਗ੍ਰੈਂਟਸ ਦੇ ਵੀ ਹੈ, ਉੱਥੇ ਦੇ ਜਿਹੜੇ ਲੋਕਲ ਵੀ ਹੈ। ਇਹ ਪ੍ਰੈਸ਼ਰ ਗਰੁੱਪਸ ਮਿਲ ਕੇ ਕੀ ਕਰ ਰਹੀਆਂ ਕਿ ਜਿਹੜੀ ਫੰਡਿੰਗ ਕਰਦੀਆਂ ਨਾ ਟਵਿੱਟਰ ਨੂੰ ਥਰੂ ਐਡਵਰਟੀਜ਼ਮੈਂਟ, ਹਾਂਜੀ ਜਿੱਦਾਂ ਐਮਾਜ਼ੋਨ ਹੈ, ਕੋਕਾ ਕੋਲਾ ਹੈ, ਹੋਰ ਇੱਦਾਂ ਦੇ ਵੱਡੇ ਵੱਡੇ ਬ੍ਰਾਂਡਸ ਹੈ, ਇਹ ਜਿਹੜੇ ਐਨਜੀਓਜ਼ ਮਿਲ ਕੇ ਚਿੱਠੀਆਂ ਲਿਖ ਰਹੀਆਂ ਨੇ ਉਹਨਾਂ ਕੰਪਨੀਜ਼ ਨੂੰ ਕਿ ਤੁਸੀਂ ਟਵਿੱਟਰ ਨੂੰ ਸੋਚ ਸਮਝ ਕੇ ਐਡਵਰਟਾਈਜ਼ਮੈਂਟ ਦਿਓ, ਕਿਉਂਕਿ ਉਹ ਆਪਣਾ ਡਰ ਦਿਖਾ ਰਹੀਆਂ ਨੇ। ਉਹ ਜਿਹੜੀਆਂ ਬਾਡੀਜ਼ ਹੈ, ਉਹ ਜਿਹੜੀਆਂ ਐਂਟੀਟੀਜ਼ ਹੈ, ਉਹਨਾਂ ਨੂੰ ਫਿਕਰ ਹੈ ਕਿ ਪਤਾ ਨਹੀਂ ਜਿਹੜਾ ਟਵਿੱਟਰ ਹੈ ਆਪਣੀ ਜੋ ਉਹਦੀ ਬ੍ਰਾਂਡਿੰਗ ਸੀਗੀ, ਜੋ ਉਹਦੇ ਐਥਿਕਸ ਸੀਗੇ ਜਾਂ ਜਿੱਦਾਂ ਫੰਕਸ਼ਨ ਕਰ ਰਹੀ ਸੀ ਉੱਦਾਂ ਟਵਿੱਟਰ ਕਰੇਗੀ ਕਿ ਨਹੀਂ। ਔਰ ਆਫਟਰ ਤੁਸੀਂ ਹੁਣ ਹੀ ਦੱਸਿਆ ਕਿ 50% ਤੇ ਉਹਦੇ 'ਚੋਂ ਉਹਨਾਂ ਨੇ ਆਪਣੇ ਸਾਰੇ EMPLOYEES ਕੱਢ ਦਿੱਤੇ। ਔਰ ਉਹ ਹੁਣ ਉਹ ਜਿਹੜੀ ਸਪੇਸ ਖਾਲੀ ਹੋਈ ਹੈ ਜਾਂ ਉਹ ਜਿਹੜੀ ਹੈਂਡਲਿੰਗ ਸੀ ਉਹ ਕਿੱਦਾਂ ਮੈਨੇਜ ਹੋਏਗੀ, ਕੌਣ ਕਰੇਗਾ, ਹੂ ਵਿਲ ਲੁੱਕ ਆਫਟਰ, ਇਹ ਸਾਰੇ ਜਿਹੜੇ ਕੁਐਸਚਨਸ ਇਹਦੇ ਹੋ ਸਕਦਾ ਇਹਦੇ ਜਵਾਨ ਮਸਕ ਕੋ ਤਾਂ ਹੋਣ, ਲੇਕਿਨ ਆਮ ਜਨਤਾ ਕੋ ਨਹੀਂ ਹੈ। ਇਹਦੇ ਜਵਾਬ ਆਮ ਜਨਤਾ ਕੋ ਨਹੀਂ ਹੈ, ਜਿਹਦੇ ਕਰਕੇ ਆਮ ਜਨਤਾ ਦੇ ਮਨ 'ਚ ਤਰ੍ਹਾਂ ਤਰ੍ਹਾਂ ਦੇ ਡਾਊਟਸ ਆ ਰਹੇ ਨੇ, ਥਿਊਰੀਜ਼ ਬਿਲਡ ਹੋ ਰਹੀਆਂ ਨੇ, ਸਟੋਰੀਜ਼ ਆ ਰਹੀਆਂ ਨੇ। ਅਤੇ ਇਹ ਹੁਣ ਆਉਣ ਵਾਲੇ ਹੁਣ ਟਾਈਮ 'ਚ ਸਾਨੂੰ ਪਤਾ ਚੱਲੇਗਾ ਕਿ ਹੁਣ ਕਿੱਦਾਂ ਹੁਣ ਵਾਪਰਦਾ ਸਾਡੇ ਨਾਲ। ਓਕੇ, ਚਲੋ ਹੁਣ ਆਪਾਂ ਦੋਨਾਂ 'ਤੇ ਆਉਂਦੇ ਹਾਂ, ਬਾਈਡਨ ਐਂਡ ਟਰੰਪ। ਯੈਸ। ਇੱਕ ਖਾਸ ਟਰਮ ਯੂਜ਼ ਹੋ ਰਹੀ ਹੈ, ਬੜੀ ਇੰਟਰਸਟਿੰਗ ਲੱਗਦੀ ਹੈ ਮੈਨੂੰ ਕਈ ਵਾਰ, ਐਪੀਸੋਡ ਆਫ ਪੋਲੀਟੀਕਲ ਸ਼ੈਡੋ ਬਾਕਸਿੰਗ। ਯੈਸ। ਇਹ ਕੀ ਚੀਜ਼ ਹੈ? ਦੇਖੋ, ਐਪੀਸੋਡ ਆਫ ਪੋਲੀਟੀਕਲ ਸ਼ੈਡੋ ਬਾਕਸਿੰਗ ਨੂੰ ਜੇ ਅਸੀਂ ਸਮਝਣਾ ਹੈ ਤੇ ਅਸੀਂ ਜਿਹੜਾ ਸਾਡਾ ਇੰਡੀਆ ਵਿੱਚ ਜਦੋਂ ਇਲੈਕਸ਼ਨ ਹੁੰਦੇ ਹੈ ਜੀ, ਜਦੋਂ ਨੇਤਾ ਲੋਕ ਇੱਕ ਦੂਸਰੇ ਤੇ ਮਡ ਸਲਿੰਗਿੰਗ ਕਰਦੇ ਇੱਕ ਦੂਜੇ ਦੇ ਉੱਤੇ, ਜਦੋਂ ਲਾਂਛਨ ਲਗਾਣੇ, ਚਿੱਕੜ ਸੁੱਟਦੇ ਆ। ਯੈਸ, ਇਹ ਉਹੀ ਚੀਜ਼ ਹੈ। ਓਕੇ, ਹੁਣ ਜਿਹੜੇ ਜਿਓ ਬਾਈਡਨ ਹੈ ਔਰ ਟਰੰਪ ਹੈ, ਜੀ ਉੱਥੇ ਜ਼ਰਾ ਸਫਿਸਟੀਕੇਟਡ ਵੇ ਨਾਲ ਚੱਲ ਰਿਹਾ, ਉਹਨਾਂ ਦੀ ਥੋੜੀ ਲੈਂਗੁਏਜ ਅੱਛੀ ਹੈ, ਥੋੜੀ ਇੱਦਾਂ ਹੈ, ਲੇਕਿਨ ਉਹੀ ਕੁਛ ਰਿਹਾ ਜੋ ਇੱਥੇ ਇੰਡੀਅਨ ਇਲੈਕਸ਼ਨਸ 'ਚ ਹੁੰਦਾ ਹੈ। ਜੀ, ਮੈਂ ਇਹ ਤਾਂ ਨਹੀਂ ਕਹੂੰਗੀ ਕਿ ਬਿਲਕੁਲ 100% ਉੱਦਾਂ ਹੀ ਹੋ ਰਿਹਾ, ਬਟ ਸਮ ਔਰ ਲੈਸ, ਮਤਲਬ ਇਹ ਉਹਨਾਂ ਦੀ ਉਹ ਜ਼ਰਾ ਸ਼ਾਂਤੀ ਨਾਲ ਕਰ ਰਹੇ, ਉਹ ਜ਼ਰਾ ਥੋੜ੍ਹੇ ਭਾਵੁਕ ਘੱਟ ਹੁੰਦੇ, ਅਸੀਂ ਭਾਵੁਕ ਹੋ ਜਾਈਦਾ ਜ਼ਿਆਦਾ, ਇਮੋਸ਼ਨਸ 'ਚ ਬਹਿ ਜਾਂਦੇ ਹਾਂ। ਅਤੇ ਵੈਸੇ ਤਾਂ ਉਹ ਵੀ ਇੱਕ ਹੀ 'ਚ ਇਮੋਸ਼ਨਸ 'ਚ ਬਹਿ ਗਏ ਸੀਗੇ, ਤਾਂ ਹੀ ਉਹ ਟਰੰਪ ਦੇ ਫੋਲੋਵਰਸ ਨੇ ਉੱਥੇ ਅਟੈਕ ਕਰਤਾ ਸੀਗਾ ਕੈਪੀਟਲ 'ਚ, ਤਾਂ ਹੀ ਉਹ ਤੋਂ ਟਵਿੱਟਰ ਤੋਂ ਉਹਨਾਂ ਨੂੰ ਬੈਨ ਕੀਤਾ ਸੀਗਾ, ਹੈ ਨਾ। ਅਤੇ ਇਹ ਚੀਜ਼ਾਂ ਇਸ ਇਲੈਕਸ਼ਨ 'ਚ ਉਹਨਾਂ ਦੀ ਕਾਫੀ ਮਤਲਬ ਹੋ ਰਹੀ ਹੈ। ਮੈਂ ਤਾਂ ਟਰੰਪ ਸਾਹਿਬ ਤਾਂ ਇਹ ਕਹਿੰਦੇ ਕਿ ਮੈਂ ਵਾਰ ਹੋਣ ਹੀ ਨਹੀਂ ਸੀ ਦੇਣਾ, ਹੈ ਨਾ। ਤੁਸੀਂ ਖਾਸ ਕਰ ਮਤਲਬ ਯੂਕਰੇਨ ਔਰ ਰਸ਼ੀਆ ਦਾ ਵਾਰ ਉਹਨਾਂ ਨੇ ਸਟਾਪ ਕਰ ਦੇਣਾ ਸੀ। ਯੈਸ ਐਂਡ ਹੀ ਸੇਜ਼ ਕਿ ਜਿੱਦਾਂ ਅਫਗਾਨਿਸਤਾਨ 'ਚ ਜੋ ਐਪੀਸੋਡ ਹੋਇਆ, ਟਰੰਪ ਕਲੇਮਸ ਕਿ ਮੈਂ ਜ਼ਿਆਦਾ ਅੱਛੇ ਤਰੀਕੇ ਨਾਲ ਹੈਂਡਲ ਕਰਨਾ ਸੀਗਾ। ਓਕੇ। ਅਤੇ ਔਰ ਇਹਦੇ ਕਰਕੇ ਜੋ ਔਰ ਯੈਸ ਵਿਦ ਰਿਸਪੈਕਟ ਟੂ ਚਾਈਨਾ, ਹੁਣ ਚਾਈਨਾ ਨੂੰ ਜਿਹੜੇ ਟਰੰਪ ਸਾਹਿਬ ਹੈ ਉਹ ਆੜੇ ਹੱਥੋਂ ਲੈਂਦੇ ਆ। ਬਾਈਡਨ ਜੀ ਦਾ ਥੋੜ੍ਹਾ ਜਿਹਾ ਸੌਫਟ ਸਟੈਂਡ ਹੋ ਜਾਂਦਾ, ਇਹਦੇ ਪਿੱਛੇ ਕੀ ਰੀਜ਼ਨਸ ਨੇ ਸਭ ਨੂੰ ਪਤਾ ਹੀ ਹੈ, ਵੀ ਆਲ ਨੋ। ਜੀ, ਬਿਜ਼ਨਸ ਫੈਕਟਰ ਹੈ, ਕਮਰਸ਼ੀਅਲ ਫੈਕਟਰ ਹੈ, ਇਕਨੋਮਿਕ ਫੈਕਟਰ ਹੈ, ਸੋ ਮੈਨੀ ਅਦਰ ਥਿੰਗਸ। ਅਤੇ ਇਸ ਕਰਕੇ ਇਹਨਾਂ ਦੇ ਕੋਲ ਕਾਫੀ ਜ਼ਿਆਦਾ, ਬਾਈਡਨ ਔਰ ਟਰੰਪ, ਇਹਨਾਂ ਕੋਲ ਕਾਫੀ ਮਸਾਲਾ ਹੈ, ਟੂ ਐਂਟਰਟੇਨ ਦੀ ਪਬਲਿਕ, ਟੂ ਐਂਟਰਟੇਨ ਦੀ ਅਮੈਰੀਕਨਸ, ਟੂ ਐਂਟਰਟੇਨ ਦੀ ਗਲੋਬ। ਲੇਕਿਨ ਕੁਛ ਗੱਲਾਂ ਸਹੀ ਵੀ ਨੇ। ਬਿਲਕੁਲ ਠੀਕ ਹੈ, ਕਿਉਂਕਿ ਪੋਲੀਟਿਕਸ ਦੇ ਵਿੱਚ ਬੰਦੇ ਨੂੰ ਰੰਗ ਸਾਜ਼ ਵੀ ਹੋਣਾ ਚਾਹੀਦਾ, ਰੰਗ ਜਮਾਉਣਾ ਵੀ ਹੋਣਾ ਚਾਹੀਦਾ, ਕਿਉਂਕਿ ਪਬਲਿਕ ਆਏਗੀ, ਉਹਨੂੰ ਕੁਛ ਨਾ ਕੁਛ ਐਂਟਰਟੇਨਮੈਂਟ ਤਾਂ ਮਿਲੇ ਨਾ, ਨਹੀਂ ਤਾਂ ਉਹ ਬੋਰਿੰਗ ਜਿਹੇ ਸਪੀਚਿਸ ਕੌਣ ਸੁਣਦਾ ਹੈ ਅੱਜ ਕੱਲ੍ਹ, ਔਰ ਉਹਨਾਂ ਨੂੰ ਕੁਛ ਨਾ ਕੁਛ ਮਿਲਦਾ ਹੈ। ਫੈਕਟਸ ਤੇ ਸਭ ਨੂੰ ਪਤਾ ਹੁੰਦੇ ਨੇ, ਉਹਨੂੰ ਕੌਣ ਉਸਨੂੰ ਪ੍ਰੈਜ਼ੈਂਟ ਕਰਦਾ, ਹਾਂ, ਉਹਨੂੰ ਸ਼ਬਦ ਕਿਹੜੇ ਇਸਤੇਮਾਲ ਕਰਨੇ, ਕਿਹੜੇ ਸ਼ਬਦਾਂ 'ਚ ਉਹਨੂੰ ਪ੍ਰੈਜ਼ੈਂਟ ਕਰਨਾ, ਦੈਟ ਮੇਕਸ ਯੂ ਪੋਪੂਲਰ। ਔਰ ਇਹਦੇ ਬਾਰੇ ਕਿਹਾ ਵੀ ਜਾਂਦਾ ਨਾ ਕਿ ਸੇਮ ਚੀਜ਼ ਹੁੰਦੀ ਆ, ਉਹਨੂੰ ਮਤਲਬ ਰਿਪੀਟ ਕੀਤਾ ਜਾਂਦਾ, ਲੇਕਿਨ ਨਵੀਂ ਸ਼ੈਲੀ ਦੇ ਵਿੱਚ ਉਹਦਾ ਪ੍ਰੈਜੈਂਟੇਸ਼ਨ ਸਟਾਈਲ ਡਿਫਰੈਂਟ ਹੁੰਦਾ ਹੈ। ਉਹਨੂੰ ਇੱਕ ਮਤਲਬ ਬੜੇ ਪਿਆਰੇ ਸ਼ੇਅਰ ਵਿੱਚ ਵੀ ਕਿਹਾ ਜਾਂਦਾ ਹੈ ਕਿ ਅੰਦਾਜ਼ੇ ਬਿਆਨ ਬਾਤ ਬਦਲ ਦੇਤਾ ਹੈ, ਵਰਨਾ ਦੁਨੀਆ में कोई बात नई बात नहीं। द वे यू प्रेजेंट इट, ਉਹ ਡਿਫਰੈਂਸ ਕ੍ਰੀਏਟ ਕਰੇਗਾ। ਬਸ ਇਹਨੂੰ ਸ਼ੈਡੋ ਬਾਕਸਿੰਗ ਕਹਿੰਦੇ, ਹੁਣੀ ਤੁਸੀਂ ਜਿਹੜਾ ਸ਼ੇਅਰ ਬੋਲਿਆ ਨਾ, ਦੈਟ ਇਜ਼ ਸ਼ੈਡੋ ਬਾਕਸਿੰਗ। ਓਕੇ, ਸੋ ਆਪਾਂ ਹੁਣ ਆਪਣੇ ਜੋ ਸਾਡਾ NRIs ਬੈਠੇ ਨੇ ਉੱਤੇ, ਮਾਈਗ੍ਰੈਂਟਸ, ਇਮੀਗ੍ਰੈਂਟਸ, ਉਹਨਾਂ ਦੀ ਗੱਲ ਕਰਾਂਗੇ। ਨੈਚੁਰਲੀ ਉਹ ਵੀ ਇਲੈਕਸ਼ਨਸ ਫਾਈਟ ਕਰਦੇ ਪਏ ਨੇ, ਉਹ ਵੀ ਮਤਲਬ ਸਾਡੇ ਚੈਨਲ ਤੋਂ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀ ਇੰਟਰਵਿਊਜ਼ ਅਸੀਂ ਲੈਂਦੇ ਹਾਂ ਡਾਇਰੈਕਟ ਫਰੋਮ ਅਮਰੀਕਾ। ਸੋ ਉਹ ਸਾਰੀ ਗੱਲਬਾਤ ਚੱਲਦੀ ਪਈ ਹੈ। ਉਹਨਾਂ ਦਾ ਪਾਰਟ ਕੀ ਪਲੇ ਹੋਏਗਾ, ਇਮੀਗ੍ਰੈਂਟਸ ਐਂਡ ਮਾਈਗ੍ਰੈਂਟਸ, ਖਾਸ ਤੌਰ 'ਤੇ ਜੇ ਆਪਾਂ ਪੰਜਾਬੀਜ਼ ਦੀ ਗੱਲ ਕਰੀਏ? ਯੈਸ,
ਦੇਖੋ ਜਦੋਂ ਅਸੀਂ ਮਾਈਗ੍ਰੈਂਟਸ ਇਮੀਗ੍ਰੈਂਟ ਦੀ ਗੱਲ ਕਰਦੇ ਇੰਡੀਅਨਸ ਦੀ, ਤੇ ਪੰਜਾਬੀ ਨੰਬਰ 1 ਤੇ ਆਉਂਦੇ ਮੈਨੂੰ ਲੱਗਦਾ, ਹਾਲਾਂਕਿ ਬਾਕੀ ਸਟੇਟਸ ਤੋਂ ਵੀ ਬਹੁਤ ਲੋਕ ਜਾਂਦੇ ਨੇ, ਜੀ ਬਟ ਜਿਹੜਾ ਪੰਜਾਬੀ ਹੈ ਨਾ, ਇਹ ਹਰ ਕਿਤੇ ਬੈਠਾ ਹੋਇਆ ਹੈ। ਔਰ ਇਹ ਸਿਰਫ ਅਮਰੀਕਾ ਦੇ ਇਲੈਕਸ਼ਨਸ ਨੂੰ ਨਹੀਂ ਪ੍ਰਭਾਵਿਤ ਕਰ ਰਿਹਾ, ਇਹ ਜਿੱਥੇ ਬੈਠਾ ਉੱਥੇ ਦੇ ਸਾਰੇ ਇਲੈਕਸ਼ਨਸ ਨੂੰ ਇਹ ਪ੍ਰਭਾਵਿਤ ਕਰ ਰਿਹਾ ਹੈ। ਇਹਨਾਂ ਦੀ ਇੱਕ ਸਟ੍ਰੈਟਜੀ ਹੈ, ਖਾਸ ਕਰ ਜਿਹੜਾ ਪੰਜਾਬੀ ਹੈ, ਜੀ ਕਿ ਦੇ ਆਰ ਵੈਰੀ ਗੁੱਡ, ਔਰ ਇਹਨਾਂ ਕੋਲ ਬੜੀ ਅੱਛੀ ਸਕਿੱਲ ਹੈ ਕਿ ਜਿਹੜੇ ਵੀ ਦੇਸ਼ 'ਚ ਜਾਂਦੇ, ਇੱਕ ਤਾਂ ਜੀ ਨਾਲ ਮਿਹਨਤ ਕਰਦੇ, ਹਾਂ ਇੱਕ ਤਾਂ ਉਹਦੀ ਇਕੋਨਮੀ ਨੂੰ ਉੱਥੇ ਕੰਟਰੀਬਿਊਟ ਕਰਦੇ ਨੇ। ਦੂਸਰਾ ਤੁਸੀਂ ਜਦੋਂ ਇਕੋਨਮੀ 'ਚ ਕੰਟਰੀਬਿਊਟ ਕਰੋਗੇ, ਜਦੋਂ ਤੁਸੀਂ ਉੱਠੋਗੇ, ਅੱਗੇ ਵਧੋਗੇ, ਤੇ ਤੁਹਾਡੀ ਰੈਕੋਗਨੀਸ਼ਨ ਫਿਰ ਲਾਅ ਮੇਕਰਸ ਨਾਲ ਜੀ ਹੋ ਹੀ ਜਾਂਦੀ ਹੈ। ਤੇ ਇਹ ਦੇ ਆਰ ਵੈਰੀ ਗੁੱਡ ਐਟ ਲਾਅ ਮੇਕਰਸ ਨਾਲ ਆਪਣਾ ਇੱਕ ਅੱਛਾ ਰੈਪੋ ਸਥਾਪਿਤ ਕਰਨਾ ਥਰੂ ਦੇਅਰ ਵਰਕ, ਥਰੂ ਦੇਅਰ ਡੀਡਸ, ਥਰੂ ਦੇਅਰ ਐਕਸ਼ਨਸ। ਤੇ ਇਹਨਾਂ ਨੇ ਆਪਣੇ ਲਈ ਇੱਕ ਪੋਲੀਟੀਕਲ ਸਪੇਸ ਵੀ ਇਹ ਬਣਾ ਲੈਂਦੇ ਨੇ। ਹਾਂ ਹਾਂ ਹੁਣ ਜੇ ਅਸੀਂ ਅਮਰੀਕਨ ਇਲੈਕਸ਼ਨਸ ਦੀ ਗੱਲ ਕਰਦੇ ਹਾਂ, ਤੇ ਅਮਰੀਕਾ ਵਿੱਚ ਵੀ ਬਹੁਤ ਸਾਰੇ ਮੇਰੇ ਸਿੱਖ ਭਰਾ ਔਰ ਮਤਲਬ ਭੈਣਾਂ ਨੇ, ਜਿਹੜਾ ਕਿ ਅਲੱਗ-ਅਲੱਗ ਸਟੇਟਸ ਤੋਂ, ਉੱਥੇ ਇਲੈਕਸ਼ਨਸ ਵੀ ਤਾਂ ਬਹੁਤ ਤਰ੍ਹਾਂ ਦੇ ਹੋ ਰਹੇ ਨਾ, ਸੈਨੇਟਰਸ ਦੇ ਹੋ ਰਹੇ ਆ, ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਹੋ ਰਹੇ ਆ, ਲੋਕਲ ਇਲੈਕਸ਼ਨਸ ਹੋ ਰਹੇ ਆ, ਜੀ ਜੀ ਹੈ ਨਾ। ਉਹਨਾਂ ਸਾਰਿਆਂ 'ਚ ਮਤਲਬ ਬੜੇ ਵੱਡੀ ਗਿਣਤੀ 'ਚ they are participating as as a representative themselves, and they are also influencing the campaign। ਹਾਂ ਹਾਂ ਤੇ ਕਾਫੀ ਵੱਡੇ ਤਾਦਾਦ 'ਤੇ ਸਾਡੇ ਜਿਹੜੇ ਪੰਜਾਬੀ ਜਿਹੜਾ ਡਾਇਸਪੋਰਾ ਹੈ ਉੱਥੇ ਜੁਟਿਆ ਹੋਇਆ, ਔਰ ਇਹਨਾਂ ਇਲੈਕਸ਼ਨਸ 'ਚ ਕੰਟਰੀਬਿਊਟ ਵੀ ਕਰ ਰਿਹਾ, ਔਰ ਇਹਨਾਂ ਇਲੈਕਸ਼ਨਸ ਨੂੰ ਸ਼ਾਇਦ ਰੀਸ਼ੇਪ ਵੀ ਕਰੇਗਾ। ਓਕੇ। ਔਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੰਜਾਬੀਜ਼ ਉੱਥੇ ਫਾਈਟ ਕਰ ਰਹੇ ਨੇ ਇਲੈਕਸ਼ਨਸ ਦੇ ਵਿੱਚ, ਉਹਨਾਂ ਵਿੱਚੋਂ ਮਤਲਬ ਜੇ ਆਪਾਂ ਇੱਕ ਮੋਟਾ ਅੰਦਾਜ਼ਾ ਲਗਾਈਏ, ਵਾਟ ਡੂ ਯੂ ਥਿੰਕ ਕਿ ਅੱਛੇ ਰਿਜ਼ਲਟਸ ਹੋਣਗੇ, ਵਿਨਰਸ ਹੋਣਗੇ, ਜਿੱਤਣਗੇ? ਜਿੱਤਣਾ ਹੀ ਪੈਣਾ ਉਹਨਾਂ ਨੂੰ, ਔਰ ਉਹਨਾਂ ਨੂੰ ਜਿਤਾਉਣ ਵਾਲੇ ਵੀ ਉਹਨਾਂ ਦੇ ਆਪਣੇ ਲੋਕ ਹੀ ਹੋਣੇ ਹੈ, ਕਿਉਂਕਿ ਜਦੋਂ ਤੁਸੀਂ ਆਪਣੀ ਗੱਲ ਪਹੁੰਚਾਉਣੀ ਹੈ, ਜਦੋਂ ਤੁਸੀਂ ਆਪਣੀਆਂ ਜ਼ਰੂਰਤਾਂ, ਆਪਣੇ ਜਿਹੜਾ ਤੁਹਾਡਾ ਕਲਚਰ ਹੈ, ਆਪਣਾ ਜੋ ਵੀ ਹੈ, ਤਾਂ ਤੁਹਾਨੂੰ ਆਪਣਾ ਇੱਕ ਬੰਦਾ ਤੇ ਅੱਗੇ ਲਿਆਉਣਾ ਹੀ ਪਏਗਾ ਨਾ। ਹਾਂ ਹਾਂ ਇਹ ਤਾਂ ਹੋਏਗਾ ਹੀ, ਇਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇੱਕ ਲਿਸਟ ਆਏਗੀ ਜਦੋਂ ਵਿਨਰਸ ਦੀ, ਤਾਂ ਉਹਦੇ 'ਚ ਬਹੁਤ ਸਾਰੇ ਪੰਜਾਬੀਆਂ ਦਾ ਨਾਮ ਹੋਏਗਾ ਜੀ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਦੋ ਰਾਏ ਨਹੀਂ ਹੈ। ਅਸੀਂ ਪੋਜ਼ਿਟਿਵਲੀ ਲੈ ਕੇ ਚੱਲੀਏ ਕਿ Yes. ਅਸੀਂ ਉੱਥੇ ਵੀ ਜਾ ਕੇ ਮਾਰ ਕੇ ਮਾਰਨ ਵਾਲੇ ਹਾਂ, ਆਪਣੇ ਝੰਡੇ ਗੱਡਣ ਵਾਲੇ ਹਾਂ, ਯੈਸ ਕਿਉਂਕਿ ਯੈਸ ਪੰਜਾਬੀਆਂ ਨੂੰ ਪੰਜਾਬੀ ਸ਼ੌਕ ਹੈ। ਜਿੱਥੇ ਪਹੁੰਚ ਗਏ ਉੱਥੇ ਝੰਡੇ ਆਪ ਹੀ ਲੱਗ ਜਾਣੇ ਆ। ਬਹੁਤ ਵਧੀਆ ਗੱਲ ਹੈ। ਵੈਸੇ ਪੰਜਾਬੀ ਜਿੱਥੇ ਪਹੁੰਚਦੇ ਨੇ ਨਾ, ਉੱਥੇ ਇੱਕ ਮਿਨੀ ਪੰਜਾਬ ਬਣਾ ਲੈਂਦੇ ਨੇ। ਮਿੰਨੀ ਪੰਜਾਬ ਬਣਾ ਲੈਂਦੇ, ਔਰ ਉਹਨਾਂ ਦੀ ਇੱਕ ਖਾਸ ਔਰਾ ਹੁੰਦੀ ਹੈ, ਇੱਕ ਖਾਸ ਐਨਰਜੀ ਹੁੰਦੀ ਹੈ, ਖਾਸ ਐਂਥੂਜ਼ੀਆਜ਼ਮ ਹੁੰਦਾ ਹੈ, ਗੁਰੂ ਸਾਹਿਬਾਨ ਦੀ ਬਖਸ਼ ਹੈ, ਤੇ ਉਹ ਮਤਲਬ ਹਰਾ ਭਰਾ ਕਰ ਦਿੰਦੇ ਹੈ। Yes. ਚਾਹੇ ਤੁਹਾਡਾ ਇਕੋਨਮੀ ਹੋਵੇ, ਚਾਹੇ ਤੁਹਾਡਾ ਸੋਸ਼ਲ ਜੋ ਵੀ ਹੋਵੇ। ਐਕਚੁਅਲੀ ਕੀ ਰਿਹਾ ਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਨਾ, ਹਾਂਜੀ ਤੇ ਜਿੰਨੇ ਵੀ ਆਏ ਨੇ ਹਮਲਾਵਰ ਆਏ ਨੇ, ਉਹ ਪੰਜਾਬ ਤੋਂ ਹੀ ਨਿਕਲਦੇ ਨੇ, ਦਾਇਰਾ ਖੈਬਰ ਤੋਂ ਨਿਕਲਦੇ ਨੇ, ਹਾਂਜੀ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਵਾਹ ਪੰਜਾਬੀਆਂ ਨਾਲ ਹੀ ਪੈਂਦਾ ਹੈ। ਯੈਸ ਤੋ ਇਸ ਕਰਕੇ ਜੁਝਾਰੂ ਨੇ, ਹੈ ਨਾ, ਔਰ ਹਿੰਮਤ ਨਹੀਂ ਹਾਰਦੇ, ਕਿਸੇ ਵੀ ਸਰਕਮਸਟੈਂਸਸ ਦੇ ਵਿੱਚ ਡਟ ਕੇ ਖੜੇ ਹੋ ਜਾਂਦੇ ਨੇ। ਯੈਸ ਔਰ ਇਹੀ ਉਹਨਾਂ ਦੀ ਜਿਹੜੀ ਕੁਆਲਿਟੀ ਹੈ ਨਾ, ਉਹ ਹਰ ਫੀਲਡ ਦੇ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ, ਭਾਵੇਂ ਬਿਜ਼ਨਸ ਹੈ, ਭਾਵੇਂ ਪੋਲਿਟਿਕਸ ਹੈ, ਔਰ ਉਹਨਾਂ ਦੀ ਜਿਹੜੀ anywhere। ਲਿਵਿੰਗ ਸਪਿਰਿਟ ਹੈ ਨਾ, ਦੇ ਲਿਵ। Yeah, ਉਹ ਜੇ ਜੀਣਾ ਸਿੱਖਣਾ ਹੈ ਤਾਂ ਮੈਨੂੰ ਲੱਗਦਾ ਪੰਜਾਬੀਆਂ ਤੋਂ ਸਿੱਖਣਾ ਚਾਹੀਦਾ ਹੈ। ਬਿਲਕੁਲ। ਇੱਕ ਜੋ ਦਸ਼ਮੇਸ਼ ਪਿਤਾ ਨੇ ਸਾਨੂੰ ਇੱਕ ਸ਼ਬਦ ਸਿਖਾਇਆ ਨਾ, ਚੜ੍ਹਦੀ ਕਲਾ, ਯੈਸ ਇਹ ਸਾਡਾ ਬਹੁਤ ਸਾਥ ਦਿੰਦਾ ਹੈ, ਯੈਸ ਕਿਉਂਕਿ ਇਹ ਸਾਡਾ ਮਾਈਂਡ ਸੈਟ ਹੈ। ਕੋਈ ਵੀ ਹਾਲਾਤ ਹੋਣ, ਚੜ੍ਹਦੀ ਕਲਾ, ਯੈਸ ਹੈ ਨਾ, ਕੋਈ ਵੀ ਮੁਸੀਬਤ ਹੋਵੇ, ਚੜ੍ਹਦੀ ਕਲਾ, ਜੋ ਕਿ ਕੁਛ ਹੈ। ਮੈਂ ਇੱਕ ਪਿੱਛੇ ਜੇ ਸੁਣ ਰਹੀ ਸੀ, ਕਿਸੇ ਨੇ ਇੱਦਾਂ ਕਿਹਾ ਕਿ ਸੀਰੀਅਨ ਕ੍ਰਾਈਸਿਸ ਹੋਇਆ ਪਿੱਛੇ ਜਿਹੇ ਜੀ, ਉੱਥੇ ਸਿੱਖ ਹੈਲਪ ਕਰਨ ਚਲੇ ਗਏ। ਉਹ ਕਹਿੰਦੇ ਸਾਨੂੰ ਲੱਗਦਾ ਕਿ ਸਿੱਖ ਦਾ ਧਰਮ ਹੀ ਹੈ, ਮਤਲਬ ਸਾਨੂੰ ਮਤਲਬ ਗੁਰੂਆਂ ਨੇ ਬਣਾਇਆ ਹੀ ਇਸੇ ਲਈ ਵੀ ਜਿੱਥੇ ਮੁਸੀਬਤ ਉੱਥੇ ਸਿੱਖ ਨੂੰ ਭੇਜ ਦਿਓ, ਮੁਸੀਬਤ ਖਤਮ। ਐਗਜ਼ੈਕਟਲੀ। ਕੋਵਿਡ ਦੇ ਵਿੱਚ ਦੇਖੋ, ਥਾਂ ਤੇ ਪਹੁੰਚੇ, ਯੂਕਰੇਨ ਵਾਰ ਦੇ ਵਿੱਚ ਪਹੁੰਚੇ ਹੋਏ ਨੇ ਮਦਦ ਦੇ ਵਾਸਤੇ। ਸੈਲਫਲੈਸ ਸਰਵਿਸ ਹੈ ਨਾ ਜਿਹੜੀ, ਟੂ ਹਿਊਮੈਨਿਟੀ, ਬਿਲਕੁਲ। ਇਹ ਇੱਕ ਬਹੁਤ ਹੀ ਵੱਡੀ ਬਖਸ਼ਿਸ਼ ਹੈ, ਜਿਹੜੀ ਕਿ ਸਾਨੂੰ ਬੜਾ ਮਾਣ ਦਿੰਦੀ ਹੈ, ਔਰ ਸਾਨੂੰ ਬੜਾ ਇੰਸਪਾਇਰ ਕਰਦੀ ਹੈ। ਕਈ ਵਾਰ ਮੈਂ ਮਹਿਸੂਸ ਕਰਦਾ ਹੁੰਦਾ ਕਿ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੋ ਸਾਰਾ ਉਹਨਾਂ ਨੇ ਸਾਨੂੰ ਸਮਝਾਇਆ, ਉਹਦੇ ਮੁਤਾਬਿਕ ਪੂਰੀ ਦੁਨੀਆ ਤੁਰ ਜੇ ਪਵੇ। ਚੱਲ ਪਵੇ ਨਾ। ਹਾਂਜੀ, ਅਸੀਂ ਪਤਾ ਕੀ ਸੋਚਦੇ ਹਾਂ, ਅਸੀਂ ਰਿਲੀਜੀਅਸ ਨੂੰ ਰਿਲੀਜੀਅਸ ਬੁੱਕ ਤੱਕ ਸੀਮਿਤ ਰੱਖਿਆ ਹੋਇਆ, ਅਸੀਂ ਉਹਦੇ ਬਿਯੋਂਡ ਨਹੀਂ ਸੋਚ ਪਾ ਰਹੇ। ਤੇ ਜੇ ਪੋਲਿਟਿਕਸ ਰਿਲੀਜਨ ਨੂੰ ਡਾਇਰੈਕਸ਼ਨ ਦੇ ਸਕਦੀ, ਤੇ ਰਿਲੀਜਨ ਬੁੱਕ ਜਿਹੜੀ ਹੈ
ਉਹ ਕਿਉਂ ਨਹੀਂ ਸਾਨੂੰ ਸੋਲਿਊਸ਼ਨ ਦੇ ਸਕਦੇ ਜਿਹੜੀਆਂ ਵੀ ਸਾਡੀਆਂ ਸੋਸ਼ਲ ਪ੍ਰੋਬਲਮਸ ਨੇ। ਐਗਜ਼ੈਕਟਲੀ। ਕਈ ਵਾਰ ਮੈਂ ਦੇਖਦਾ ਨਾ ਜੋ ਅਮਰੀਕਨ ਪ੍ਰੈਜ਼ੀਡੈਂਟਸ ਨੇ ਉਹਨਾਂ ਨਾਲ ਸਾਡੇ ਜੋ ਸਿੱਖ ਬਿਜ਼ਨਸਮੈਨ, ਯੈਸ ਸਿੱਖ ਜੈਂਟਲਮੈਨ ਉਹਨਾਂ ਨਾਲ ਖੜੇ ਨੇ, ਜੋ ਸਾਡੇ ਪੰਜਾਬੀਜ਼ ਖੜੇ ਨੇ, ਮੈਨੂੰ ਬੜਾ ਫਖਰ ਮਹਿਸੂਸ ਹੁੰਦਾ ਵਾ, ਬੜਾ ਅੱਛਾ ਲੱਗਦਾ। ਔਰ ਜੋ ਉਹਨਾਂ ਦਾ ਸਾਰਾ ਦਿੱਖ ਹੈ, ਮਤਲਬ ਰਾਇਲਸ, ਇੱਦਾਂ ਮਜ਼ਾ ਆ ਜਾਂਦਾ ਦੇਖ ਕੇ ਕਿ ਦੇਖੋ ਕਿੱਥੇ ਤੋਂ ਕਿੱਥੇ ਪਹੁੰਚੇ ਹੋਏ ਹਾਂ ਅਸੀਂ। देयर हार्ड वर्किंग नेचर एंड देयर सेल्फलेस सर्विस टू ह्यूमैनिटी, मैं ਅੱਜ ਵੀ ਕਹੂੰਗੀ। ਬਿਲਕੁਲ ਐਗਜ਼ੈਕਟਲੀ। ਔਰ ਕਈ ਵਾਰ ਇਹ ਵੀ ਕਿਹਾ ਜਾਂਦਾ ਪੰਜਾਬੀਜ਼ ਬਾਰੇ ਕਿ 1947 ਤੋਂ ਬਾਅਦ ਜਦੋਂ ਇਹ ਸਾਰੇ ਉਧਰੋਂ ਇੱਕ ਤਰ੍ਹਾਂ ਨਾਲ ਉੱਜੜ ਕੇ ਹੀ ਆਏ ਯੈਸ ਔਰ ਇੱਥੇ ਆ ਕੇ ਦੁਬਾਰਾ ਪੰਜਾਬ ਨੂੰ ਖੜਾ ਕਰਨਾ ਯੈਸ ਔਰ ਦੁਨੀਆ ਦੇ ਨਕਸ਼ੇ ਦੇ ਉੱਤੇ ਉਹਦੀ ਪਹਿਚਾਣ ਬਣਾਉਣੀ। ਔਰ ਜਿੱਥੇ ਜਿੱਥੇ ਵੀ ਪੰਜਾਬੀ ਭਾਰਤ ਵਿੱਚ ਵੀ ਵਸਦੇ ਨੇ, ਯੈਸ ਉੱਥੇ ਉੱਥੇ ਯੈਸ ਤੁਸੀਂ ਦੇਖੋ ਜੋ ਪੰਜਾਬੀਆਂ ਨੇ ਕਮਾਲ ਕੀਤੇ ਹੋਏ ਨੇ, ਵੱਡੇ ਵੱਡੇ ਬਿਜ਼ਨਸ ਖੜੇ ਕੀਤੇ ਹੋਏ ਨੇ। ਯੈਸ ਤਿੰਨ ਤਰ੍ਹਾਂ ਦੇ ਪੰਜਾਬੀ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਪਰਸਨਲ ਗੱਲ ਸੁਣਾਉਂਗੀ। ਮੇਰੀ ਬੇਟੀ ਨੇ ਜਾਣਾ ਸੀ ਕੈਨੇਡਾ, ਜੀ ਜੀ ਕ੍ਰੈਨਬਰੁਕ 'ਚ ਜਾਣਾ ਸੀਗਾ ਤੇ ਉਹਦਾ ਇੰਤਜ਼ਾਮ ਨਹੀਂ ਸੀ ਹੋ ਰਿਹਾ ਰਹਿਣ ਦਾ। ਸ਼ੀ ਵਾਜ਼ ਲੇਟ ਫॉर ਦੀ ਐਡਮਿਸ਼ਨ ਤੇ ਅਸੀਂ ਬੜੇ ਘਬਰਾਏ ਹੋਏ ਸੀ। ਖੈਰ ਸਾਡਾ ਇੰਤਜ਼ਾਮ ਤਾਂ ਹੋ ਗਿਆ। ਮੈਂ ਉਹਨੂੰ ਇੱਕੋ ਹੀ ਗੱਲ ਕਹੀ, ਮੈਂ ਕਿਹਾ ਕ੍ਰੈਨਬਰੁਕ 'ਚ ਇੱਕ ਗੁਰਦੁਆਰਾ, ਤੈਨੂੰ ਕਿਤੇ ਨਾ ਮਿਲੇ, ਤੂੰ ਗੁਰਦੁਆਰੇ ਚਲੇ ਜਾਈਂ ਬੇਟੀ। ਸੱਚੀ ਗੱਲ ਹੈ। ਐਗਜ਼ੈਕਟਲੀ। ਔਰ ਮੰਨਿਆ ਜਾਂਦਾ ਕਿ ਤਿੰਨ ਪੰਜਾਬੀਜ਼ ਨੇ, ਤਿੰਨ ਤਰ੍ਹਾਂ ਦੇ ਪੰਜਾਬੀਜ਼ ਨੇ। ਇੱਕ ਤੇ ਪੰਜਾਬ 'ਚ ਰਹਿੰਦੇ ਨੇ, ਯੈਸ ਇੱਕ ਭਾਰਤ ਵਿੱਚ ਰਹਿੰਦੇ ਨੇ ਥਾਂ ਥਾਂ ਦੇ, Yes. ਇੱਕ ਪੂਰੀ ਦੁਨੀਆ ਦੇ ਵਿੱਚ ਵਸੇ ਹੋਏ ਨੇ, NRIs। ਯੈਸ ਤੋ ਇਹ 3 ਲੈਵਲਸ ਨੇ। Yes. ਸੋ ਆਪਾਂ ਆਪਣੇ ਪੁਆਇੰਟ ਤੇ ਵਾਪਸ ਆਉਂਦੇ ਹਾਂ ਕਿ ਤੁਸੀਂ ਸਟਾਰਟਿੰਗ 'ਚ ਮੈਨੂੰ ਇੱਕ ਗੱਲ ਦੱਸੀ ਕਿ ਡੋਨਲਡ ਟਰੰਪ ਦੇ ਚਾਂਸਸ ਜ਼ਿਆਦਾ ਲੱਗ ਰਹੇ ਨੇ ਮੁੜ ਤੋਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਦੇ। ਐਨੀ ਰੀਜ਼ਨ ਬਿਹਾਈਂਡ ਇਟ? ਰੀਜ਼ਨ ਗਲੋਬਲ ਸਿਨੈਰੀਓ ਹੈ। ਹਾਂ ਹਾਂ ਗਲੋਬਲ ਸਿਨੈਰੀਓ 'ਚ ਜੋ ਵੀ ਅਫਗਾਨਿਸਤਾਨ ਨੂੰ ਜਿੱਦਾਂ ਅਮਰੀਕਾ ਨੇ ਹੈਂਡਲ ਕੀਤਾ, ਨੰਬਰ 1। ਕੋਵਿਡ ਦੇ ਦੌਰਾਨ ਕੋਵਿਡ ਕਿਉਂ ਹੋਇਆ, ਜਾਂ ਬਾਈਡਨ ਤੋਂ ਬਾਅਦ ਵੀ ਜੋ ਕੋਵਿਡ ਦੇ ਜਦੋਂ ਸੈਕਿੰਡ ਥਰਡ ਵੇਵ ਆਉਂਦੀ ਹੈ, ਉਹ ਵਾਲੀ ਪਰਿਸਥਿਤੀ ਆ। ਨੰਬਰ 3 ਆ ਜਿਹੜਾ ਹੁਣ ਯੂਕਰੇਨੀਅਨ ਵਾਰ ਚੱਲ ਰਿਹਾ ਰਸ਼ੀਆ ਦੇ ਨਾਲ, ਇਹ ਔਰ ਇਹਨੂੰ ਲੈ ਕਰਕੇ ਜਿਹੜਾ ਆਇਲ ਦੀ ਪ੍ਰੋਬਲਮ ਜਿਹੜੀ ਹੋਈ ਹੈ, ਜਿਹਨੂੰ ਲੈ ਕੇ ਸਾਊਦੀ ਵੀ ਅੱਖਾਂ ਦਿਖਾ ਰਿਹਾ ਹੈ ਅਮਰੀਕਾ ਨੂੰ ਹੀ। ਅੱਖਾਂ ਦਿਖਾਣਾ ਅਗਰ ਮੇਰਾ ਸ਼ਬਦ ਸਹੀ ਨਹੀਂ ਹੈ ਤੇ ਕਹਿਣ ਦਾ ਮਤਲਬ ਹੈ ਜੋ ਅਮਰੀਕਾ ਕਹਿ ਰਿਹਾ ਉੱਦਾਂ ਉਹਨੂੰ ਚੁੱਪਚਾਪ ਨਹੀਂ ਮੰਨਿਆ ਜਾ ਰਿਹਾ। ਜੀ ਤੇ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਹੈ ਕਿ ਅਮਰੀਕਾ ਦੀ ਕ੍ਰੈਡੀਬਿਲਿਟੀ ਥੋੜ੍ਹੀ ਜਿਹੀ ਘਟੀ ਹੈ। ਓਕੇ। ਔਰ ਇਹਨਾਂ ਨੂੰ ਤਾਂ ਆਦਤ ਹੈ ਸੁਪਰ ਪਾਵਰ ਬਣਨ ਦੀ, ਹੈ ਨਾ। ਇਹਨਾਂ ਦੇ ਲੋਕਾਂ 'ਚ ਇੱਕ ਖਾਸ ਕਿਸਮ ਦਾ ਫਕਰ ਹੈ ਕਿ ਵੀ ਆਰ ਸੁਪਰ ਪਾਵਰ, ਵੀ ਡਿਕਟੇਟ ਦੀ ਵਰਲਡ। ਮਾਈਂਡਸੈਟ ਹੈ। ਮਾਈਂਡਸੈਟ ਹੈ। ਓਕੇ। ਤੇ ਮੈਨੂੰ ਲੱਗਦਾ ਹੈ ਕਿ ਇਹ ਵਾਲੇ ਜਿਹੜੇ ਫੈਕਟਰਸ ਨੇ, ਪਲੱਸ ਜਿਹੜੇ ਉਹਨਾਂ ਦੀ ਡੋਮੈਸਟਿਕ ਫੈਕਟਰਸ ਨੇ, ਚਾਹੇ ਤੁਸੀਂ ਇਕਨੋਮਿਕਸ ਨੂੰ ਲੈ ਲਓ। ਅੱਛਾ, ਗਨ ਕਲਚਰ ਦੀ ਸਰ ਅਸੀਂ ਗੱਲ ਨਹੀਂ ਕੀਤੀ। ਜੀ ਜੀ ਗਨ ਕਲਚਰ ਨੂੰ ਲੈ ਕੇ ਉਹ ਵੀ ਇੱਕ ਬੜਾ ਵੱਡਾ ਮੁੱਦਾ ਬਣਿਆ ਹੋਇਆ ਹੈ ਇਸ ਇਲੈਕਸ਼ਨ ਇਸ਼ੂ 'ਚ। ਹਮੇਸ਼ਾ ਹੀ ਹੁੰਦਾ ਲੇਕਿਨ ਇਸ ਵਾਰੀ ਜ਼ਿਆਦਾ ਬਣਿਆ ਹੋਇਆ ਹੈ, ਕਿਉਂਕਿ ਇਹ ਤੁਹਾਨੂੰ ਵੀ ਪਤਾ ਹੈ ਕਿ ਉੱਥੇ ਗਨਜ਼ ਇੱਦਾਂ ਮਿਲਦੀਆਂ ਜਿੱਦਾਂ ਆਪਣੇ ਇੱਥੇ ਰੇਹੜੀ 'ਚ ਪਿਆਜ਼ ਟਮਾਟਰ ਅਸੀਂ ਲਈਦੇ ਆ। ਇਟਸ ਈਜ਼ੀਲੀ ਅਵੇਲੇਬਲ। ਓਕੇ। ਔਰ ਉਹਦਾ ਜਿਹੜਾ ਮਿਸਯੂਜ਼ ਹੈ, ਜਾਂ ਤੁਸੀਂ ਕਹਿ ਲਓ ਆਊਟ ਆਫ ਫਰਸਟ੍ਰੇਸ਼ਨ ਕਹਿ ਲਓ, ਕਦੇ ਫਰਸਟ੍ਰੇਸ਼ਨ ਦਾ ਨਾਮ ਦੇ ਦਿੱਤਾ ਜਾਂਦਾ, ਕਦੀ ਮੈਂਟਲ ਸਿਕਨੈਸ ਦਾ ਨਾਮ ਦੇ ਦਿੱਤਾ ਜਾਂਦਾ ਹੈ। ਬਟ ਅਲਟੀਮੇਟਲੀ ਗਨ ਕਲਚਰ ਜਿਹੜਾ ਉੱਥੇ ਦਾ ਹੈ ਉਹ ਕਾਫੀ ਜ਼ਿਆਦਾ ਉਹਦੇ ਉੱਤੇ। ਯੈਸ। ਔਰ ਬਾਈਡਨ ਵੀ ਇਸ ਗੱਲ ਦਾ ਨੋਟਿਸ ਲੈ ਰਹੇ ਨੇ, Yes. ਕਮਲਾ ਹੈਰਿਸ ਵੀ ਨੋਟਿਸ Yes. ਲੈ ਰਹੇ ਨੇ। Yes. ਔਰ ਕਿਤੇ ਨਾ ਕਿਤੇ ਉਹਨਾਂ ਨੂੰ ਆਪੋਜੀਸ਼ਨ ਵੀ ਫੇਸ ਕਰਨੀ ਪੈਂਦੀ ਹੈ Yes. ਜਦੋਂ ਇਸ ਮੁੱਦੇ ਦੇ ਉੱਤੇ ਗੱਲ Yes. ਕਰਦੇ ਨੇ ਕਿ ਗਨ ਕਲਚਰ ਸਟਾਪ ਹੋਣਾ ਚਾਹੀਦਾ, ਬਟ ਉਹਨਾਂ ਨੂੰ ਫੇਸ ਕਰਨਾ ਪੈਂਦਾ ਹੈ, ਵਿਰੋਧ ਫੇਸ ਕਰਨਾ ਪੈਂਦਾ ਹੈ। ਸੋ ਇੱਕ ਪੁਆਇੰਟ ਹੋਰ ਤੁਸੀਂ ਗੱਲ ਕਹੀ ਸੀ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ। ਅਮਰੀਕਾ ਦੇ ਉੱਤੇ ਇੱਕ ਤੁਸੀਂ ਕਿਹਾ ਕਿ ਕੁਐਸਚਨ ਮਾਰਕ ਲੱਗ ਚੁੱਕਾ ਹੈ ਕਿ ਇਹ ਨੰਬਰ 1 ਦੇਸ਼ ਹੈ ਕਿ ਨਹੀਂ ਹੈ, ਸੁਪਰ ਪਾਵਰ ਦੇਸ਼ ਹੈ ਕਿ ਨਹੀਂ ਹੈ। ਇਜ਼ ਇਟ ਰਾਈਟ? ਦੇਖੋ, ਨੰਬਰ 1 ਤਾਂ ਹੈਗਾ ਹਜੇ, ਕਿਉਂਕਿ ਮਿਲੀਟੈਰਲੀ ਇਹਦੀ ਸੁਪਰਮੇਸੀ ਇੰਨੀ ਹੈ ਕਿ ਨੋਬਡੀ ਕੈਨ ਕੋਈ ਵੀ ਇਹਨੂੰ ਨਹੀਂ ਚੈਲੰਜ ਕਰ ਸਕਦਾ। ਚਾਈਨਾ ਨੇ ਠੀਕ ਹੈ ਇਕਨੋਮਿਕਲੀ ਗਰੋ ਕੀਤਾ, ਪਰ ਚਾਈਨਾ ਵੀ ਕਿੱਦਾਂ ਗਰੋ ਕੀਤਾ ਹੈ? ਜੋ ਇਹਨਾਂ ਦੇ ਸੀਗੇ ਉਹਨਾਂ ਨੂੰ ਕਾਪੀ ਕਰ ਕਰਕੇ ਜੀ ਆਪਣੇ ਪ੍ਰੋਡਕਟਸ ਬਣਾ ਕੇ, ਹੈ ਨਾ। ਟੈਕਨੋਲੋਜੀ ਨੂੰ ਫਟਾਫਟ ਉਹਦੇ ਹੀ ਰੀਮੇਕ ਕਰਕੇ, ਹੈ ਨਾ। ਤੇ ਮੈਂ ਇਹ ਤਾਂ ਨਹੀਂ, ਹਜੇ ਤਾਂ ਨੈਚੁਰਲੀ ਅਮਰੀਕਾ ਇਜ਼ ਸਟਿਲ ਅ ਸੁਪਰ ਪਾਵਰ, ਬਟ ਕਿਤੇ ਨਾ ਕਿਤੇ ਕਮਜ਼ੋਰ ਹੋ ਰਿਹਾ ਹੈ, ਹੋ ਨਹੀਂ ਗਿਆ ਹੈ, ਹੋ ਰਿਹਾ ਹੈ, ਇੱਦਾਂ ਲੱਗ ਰਿਹਾ ਹੈ। ਅੱਛਾ, ਲੱਗ ਰਿਹਾ ਹੈ ਕਿਉਂਕਿ ਸਾਰੀਆਂ ਘਟਨਾਵਾਂ ਨੇ ਇਹ ਟੈਸਟਿੰਗ ਗਰਾਊਂਡ ਸੀ ਨਾ। ਜੀ ਜੀ। ਤੇ ਇੱਥੇ ਅਮਰੀਕਾ ਵੀ ਐਕਸਪੋਜ਼ ਹੋਇਆ, ਕੋਵਿਡ ਨੇ ਐਕਸਪੋਜ਼ ਕੀਤਾ ਸਭ ਤੋਂ ਪਹਿਲੇ ਤਾਂ। ਇਟ ਵਾਜ਼ ਅ ਵੈਰੀ ਬਿਗ ਐਕਸਪੋਜ਼ਰ। ਔਰ ਇੱਕ ਚੀਜ਼ ਹੋਰ ਜੋ ਮੈਂ ਲਾਸਟ ਵਿੱਚ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿੱਦਾਂ ਐਕਸਪੋਜ਼ ਹੋਣ ਦੀ ਤੁਸੀਂ ਗੱਲ ਕੀਤੀ ਹੈ, ਜੋ ਇਹ ਅਮਰੀਕਾ ਸਪੋਰਟ ਕਰ ਰਿਹਾ ਹੈ ਯੂਕਰੇਨ ਰਸ਼ੀਆ ਵਾਰ ਦੇ ਵਿੱਚ, ਯੂਕਰੇਨ ਨੂੰ ਸਪੋਰਟ ਕਰ ਰਿਹਾ ਹੈ,
ਕਾਂਟ ਦੇ ਸਟਾਪ ਦਿਸ ਵਾਰ? ਯੂਨੈਸਕੋ, UNO, ਇਹ ਜਿਹੜੇ ਵੱਡੇ ਇੰਸਟੀਟਿਊਟਸ ਇਹਨਾਂ ਦੇ ਕੋਲ ਨੇ ਜਿਹਦੇ ਮੈਂਬਰਸ ਨੇ ਵੀਟੋ ਪਾਵਰ ਦਾ ਇਸਤੇਮਾਲ। ਦੇਖੋ ਜੀ, ਪੁਰਾਣੇ ਜ਼ਮਾਨੇ 'ਚ ਜਿਹੜੀ ਵਾਰ ਹੁੰਦੀ ਨਾ, ਇੰਨੀ ਲੰਬੀ ਤਾਂ ਉਹ ਵੀ ਨਹੀਂ ਸੀ ਚੱਲੀ। ਜੀ ਰਹੀ ਗੱਲ ਵਰਲਡ ਵਾਰ ਦੀ, ਵਰਲਡ ਵਾਰ ਨੇ 5-6 ਸਾਲ ਜ਼ਰੂਰ ਲਗਾਏ, ਉਹ ਵਰਲਡ ਵਾਰ ਸੀ। ਜਿਸ ਜਿਸ ਅਸੀਂ 21st ਸੈਂਚੁਰੀ 'ਤੇ ਖੜ੍ਹੇ ਹਾਂ, ਜਿੱਦਾਂ ਦੀ ਟੈਕਨੋਲੋਜੀ ਹੈ ਸਾਡੇ ਕੋਲ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇੰਨਾ ਤੁਸੀਂ ਵਾਰ ਨੂੰ ਖਿੱਚ ਦਿਓ। ਇਹਦੇ ਵਿੱਚ ਵੀ ਅਗਰ ਇਹ ਵਾਰ ਖਿੱਚ ਰਹੇ, ਔਰ ਮੈਨੂੰ ਇਹ ਲੱਗਦਾ ਹੈ ਅਮੈਰੀਕਨਸ ਅਤੇ ਰਸ਼ੀਆ, ਯੂਕਰੇਨ ਤਾਂ ਚਲੋ ਇੱਕ ਸਕੇਪ ਗੋਟ ਹੈ ਨਾ, ਯੂਕਰੇਨ ਨੂੰ ਤਾਂ ਚਲੋ ਠੀਕ ਹੈ, ਬਲੀ ਦਾ ਤੇ ਬੱਕਰਾ। ਬਲੀ ਦਾ ਬੱਕਰਾ ਹੈ। ਤੇ ਮੈਨੂੰ ਲੱਗਦਾ ਕਿ ਦੋਨਾਂ ਦੇ ਰਜ਼ਾਮੰਦੀ ਨਾਲ ਹੀ ਵਾਰ ਖਿੱਚਿਆ ਜਾ ਰਿਹਾ। ਦੋਨੋਂ ਆਪਣੇ ਆਪਣੇ ਇੰਟਰਸਟ ਦੇਖ ਰਹੇ ਨੇ। ਮਤਲਬ ਇੱਦਾਂ ਤਾਂ ਹੋ ਨਹੀਂ ਸਕਦਾ। ਮਤਲਬ ਤੁਹਾਡੇ ਕੋਲ ਇੰਨੀ ਸਟਰੋਂਗ ਟੈਕਨੋਲੋਜੀ ਹੋਵੇ, ਆਈ ਮੀਨ ਆਈ ਥਿੰਕ ਇੰਨੀ ਪ੍ਰੈਸੀਜ਼ਨ ਨਾਲ ਹੋਵੇ ਸਾਰਾ ਕੁਝ। ਆਈ ਥਿੰਕ ਜੇ ਦੁਨੀਆ ਦੇ ਬਾਕੀ ਲੋਕ, ਅਸੀਂ ਸਭ ਇਸ ਚੀਜ਼ ਨੂੰ ਅੰਡਰਸਟੈਂਡ ਕਰ ਰਹੇ ਹਾਂ, ਤਾਂ ਜੋ ਅਮਰੀਕਨਸ ਨੇ ਉਹ ਵੀ ਇਸ ਚੀਜ਼ ਨੂੰ ਅੰਡਰਸਟੈਂਡ ਕਰ ਰਹੇ ਹੋਣਗੇ ਕਿ ਹੂ ਇਜ਼ ਬਿਹਾਈਂਡ ਦਿਸ ਵਾਰ। ਯੈਸ, ਕਿਉਂਕਿ ਇਹਦਾ ਜੋ ਅਸਰ ਹੈ ਸਭ ਦੀ ਜ਼ਿੰਦਗੀ ਦੇ ਉੱਤੇ ਪੈ ਰਿਹਾ ਹੈ। ਹਿਊਮਨ ਲਾਈਫ ਮੈਟਰਸ। ਯੈਸ, ਯੈਸ। ਕਿੱਥੇ ਤੱਕ ਅਸੀਂ ਇਹ ਦੁੱਖ ਲੇਕਿਨ ਝੇਲ ਇੱਦਾਂ ਸਕਦੇ ਹੈ ਹਾਂ? ਨਾ, ਉਹ ਜਦੋਂ ਉਹਨਾਂ ਨੂੰ ਪੁੱਛੋ ਵੀ ਇਹ ਵਾਰ ਦਾ ਅਸਰ ਕੀ ਰਿਹਾ, ਉਹ ਕਹਿੰਦੇ ਜੀ ਅਸੀਂ ਇੰਨੇ ਸਪੋਜ਼ ਇੰਨੇ ਬਿਲੀਅਨਸ ਅਸੀਂ ਉਹਨਾਂ ਨੂੰ ਹਥਿਆਰ ਦਿੱਤੇ। ਉਹ ਜਿਹੜੇ ਪੈਸੇ ਉਹ ਵਾਪਸ ਮੁੜ ਕੇ ਅਮਰੀਕਾ ਕਿਉਂ ਆਉਣਾ? ਉਹ ਅਮਰੀਕਾ ਦੀ ਇੰਡਸਟਰੀ ਤੋਂ ਹੀ ਹਥਿਆਰ ਖਰੀਦੇ ਜਾਣੇ। ਉਹ ਪੈਸੇ ਇੱਦਾਂ ਦੇ ਕੇ ਇੱਦਾਂ ਆ ਜਾਣੇ। ਓਕੇ, ਦਿਸ ਇਜ਼ ਹਾਊ ਅਮਰੀਕਨਸ ਸਮਝਾਉਂਦੇ ਆਪਣੇ ਸਿਟੀਜ਼ਨਸ ਨੂੰ। ਲੇਕਿਨ ਫਿਰ ਮੋਰੈਲਿਟੀ ਕਿੱਥੇ ਜਾਏਗੀ? ਤੁਹਾਡੇ ਐਥਿਕਸ ਕਿੱਥੇ ਜਾਣਗੇ? ਇਕੋਨਮੀ ਤੁਸੀਂ ਪੈਸਾ ਇਕੱਠਾ ਕਰੀ ਜਾਓਗੇ, ਬਟ ਕਿਤੇ ਆ ਕੇ ਤੁਹਾਨੂੰ ਫੁੱਲ ਸਟਾਪ, ਤੁਹਾਨੂੰ ਬ੍ਰੇਕ ਲਾਣੀ ਤਾਂ ਪੈਣੀ ਨਾ। ਤੁਸੀਂ ਡੈਮੋਕ੍ਰੈਟਿਕ ਮੁਲਕ ਹੋ, ਡੈਮੋਕ੍ਰੇਸੀ ਹੋ, ਅਤੇ ਜੇ ਅਸੀਂ ਲੋਕਾਂ ਦੀ ਜਾਨ ਹੀ ਲੈ ਲਈ ਤਾਂ ਫਿਰ ਕਾਹਦੀ ਡੈਮੋਕ੍ਰੇਸੀ, ਅਤੇ ਫਿਰ ਕਾਹਦੀ ਟੈਕਨੋਲੋਜੀ, ਹੈ ਨਾ? ਯੈਸ, ਤੁਸੀਂ ਕਿਹਾ ਨਾ ਬ੍ਰੇਕ ਲਗਾਉਣੀ ਪੈਣੀ ਹੈ। ਹੁਣ ਅਸੀਂ ਵੀ ਬ੍ਰੇਕ ਲਗਾਉਣੇ ਆ ਆਪਣੀ ਡਿਸਕਸ਼ਨ ਨੂੰ। ਐਂਡ ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਔਰ ਅਸੀਂ ਆਪਣੇ ਚੈਨਲ ਵੱਲੋਂ ਤੁਹਾਨੂੰ ਸ਼ੁਭ ਇੱਛਾਵਾਂ ਵੀ ਦਿੰਦੇ ਹਾਂ। ਆਲ ਦਾ ਬੈਸਟ ਐਂਡ ਥੈਂਕ ਯੂ ਸੋ ਮਚ। ਥੈਂਕ ਯੂ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਇਸ ਸਬਜੈਕਟ ਦੇ ਉੱਤੇ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।